वाहिगुरु जी का खालसा वाहिगुरु जी की फतेह। शब्दाय अवतार साहिब सतगुरु श्री गुरु ग्रंथ साहिब जियां दी निगी गोद विच बड़े ही अदब नाल संध्या दे दीवाना विच आप जी जुड़ बैठे हो। सुभागा अवसर प्राप्त होया। आओ इस समय नूं सतगुरां दे प्यार विच सफला बनाइए। चल रहे पावन प्रसंगां दे विचों सतगुरां दी पावन महिमा नूं आप जी ने सरवण कीता। जगत गुरु गुरु नानक साहब सच्चे पातशाह जी ने वैद दे जान तो बाद भी 1.5-2 महीने चुपचाप बतीत कीते ने। पिता जी अपने पुत दे कोल बहुता नहीं बहिंदे। मां बड़े लाड़ ते चाह दे नाल अपने पुत नूं भोजन छकाउंदी है। हुण कमरे नूं छड्ड सतगुरु जी विहड़े विच आण के बैठण लग पए। सर्दी दी रुत दा खूब आनंद सच्चे पातशाह माणदे ने। पिता जी कदे कदे फेर चंगा माड़ा बोल बोल जांदे ने, पर गुरु पातशाह ने कदे गल्लां नूं दिल ते नहीं लाया। ਜਿਹੜੇ ਲੋਕ ਪਹਿਲਾਂ ਸਿਫਤਾਂ ਕਰਦੇ ਸੀ ਤੇ ਮਾੜੇ ਬੋਲ ਬੋਲਦੇ ਸੀ, ਹੁਣ ਉਹ ਆਖਣ ਲੱਗ ਗਏ ਨਾਨਕ ਹੈ ਤੇ ਸਾਊ ਹੈ, ਫਕੀਰ ਹੈ। ਇਹਨਾਂ ਦੇ ਪਿਤਾ ਜੀ ਜ਼ਬਰਦਸਤੀ ਇਹਦੇ ਤੋਂ ਦੌਲਤ ਕਮਾਉਣੀ ਚਾਹੁੰਦੇ, ਉਸ ਚੀਜ਼ ਦਾ ਇਹਨਾਂ ਨੂੰ ਵੱਲ ਨਹੀਂ ਹੈ। ਸਿੱਧੇ ਜ਼ੁਬਾਨ ਹੈ। तरह तरह दीयां गल्लां हुंदियां ने। कोई दरवेश कहंदा, कोई फकीर कहंदा, कोई साधु कह दिंदा। घर आए फकीरां साधुआं नूं सतगुर भोजन छकाउंदे ने, पर पिता जी हुण कोल नहीं पैंदे। इन्हां सारे प्रसंगां नूं आप जी ने बड़े विस्तार सहित सरवण कीता। आओ जी कुछ समां मन चित बिरतियां नूं एकाग्र चित बनाइए। माणीए सतगुरां दी पावन कथा दा आनंद। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। सुंदर बस्तर नवीन बनाई, सुत को जुत दुलार पहराई। सतगुरां दे माता माता त्रिपता जी अपने पुत्र दी हालत विच अगे नालों सुधार वेख रहे ने। संसारी तौर ते अज खुशी दे विच मां ने अपने पुत नूं कई वस्त्र सलाके दिते। पुत सोहणे सोहणे कपड़े पाया कर, एवें ना फकीर जिहा बन के रिहा कर। गुरु साहब जी ने कोई जवाब भी नहीं दिता ते हां भी ना कीती। माता जी ने सोहणे वस्त्र ते गहने बनवा के पुत नूं दिते आ ते गुरु साहब खूब हड़ाउंदे आ। सवेरे कोई वस्त्र, दोपहरे कोई, शाम नूं कोई। ते माता ते इस खुशी दे विच ने भी चलो पुत मेरा ठीक ते होया। ਇਹਦਾ ध्यान अपने घर परिवार वाले पासे वापस ते परतिया। अगे ते फकीरां बारे सोचदा सी,
ਪਤਾ ਨਹੀਂ ਫਕੀਰ ਇਹਨੂੰ ਕੀ ਕਹਿ ਗਈ ਸੀ। ਇੱਧਰ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਸੋਹਣੇ ਸੋਹਣੇ ਕੱਪੜੇ ਬਣਾ ਕੇ ਦਿੱਤੇ ਆ, ਦੂਜੇ ਪਾਸੇ ਪੰਡਤਾਂ ਨੂੰ ਘਰ ਬੁਲਾ ਕੇ ਭੋਜਨ ਛਕਾਇਆ, ਦਾਨ ਦਕਸ਼ਣਾ ਦਿੱਤੀ। ਪੰਡਤ ਅਸੀਸਾਂ ਦਿੰਦੇ ਜਾ ਰਹੇ ਆ, ਪਰ ਗੁਰੂ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਕਿਹਾ ਮਾਤਾ ਜੀ ਅਸੀਂ ਨਹੀਂ ਮੰਨਦੇ, ਤੁਸੀਂ ਕਿਉਂ ਮੰਨਦੇ ਹੋ। ਇਹ ਪਹਿਲੇ ਦਿਨੋਂ ਮੁੱਢ ਕਦੀਮੀ ਗੁਰੂ ਸਾਹਿਬ ਨੇ ਕਦੇ ਕਿਸੇ ਨੂੰ ਨਹੀਂ ਮਨਾ ਕੀਤਾ। ਆਪਣਾ ਆਪਣਾ ਧਰਮ ਹੈ, ਆਪਣਾ ਆਪਣਾ ਪ੍ਰਣ ਹੈ, ਆਪਣੀ ਸੋਚ ਹੈ ਤੇ ਆਪਣਾ ਹੀ ਜੀਵਨ ਹੈ। ਕੋਈ ਕੀ ਕਰਦਾ ਹੈ ਸਾਡੇ ਸਤਿਗੁਰਾਂ ਨੂੰ ਮਤਲਬ ਨਹੀਂ ਹੈ। ਉਹ ਜਾਣਦੇ ਨੇ ਜਿਹਨੇ ਲਾਹਾ ਲੈਣਾ ਉਹਨੇ ਆਪ ਹੀ ਚੱਲ ਕੇ ਆ ਜਾਣਾ, ਤੇ ਜਿਹਦੇ ਭਾਗਾਂ ਦੇ ਵਿੱਚ ਕਰਮਾਂ ਦੇ ਵਿੱਚ ਨਹੀਂ ਉਹਨੇ ਕੋਲ ਬਹਿ ਕੇ ਵੀ ਕੁਝ ਖੱਟਣਾ ਨਹੀਂ। ਇਹਨਾਂ ਪੰਡਤਾਂ ਨੇ ਦਾਨ ਦਕਸ਼ਣਾ ਲਈ ਹੈ, ਸਤਿਗੁਰਾਂ ਦੇ ਪਿਤਾ ਦੀ ਮਹਿਮਾ ਕਰਦੇ ਜਾਂਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਮਾਨੀ ਮਨ ਫੁਰਨਾ ਕਰਦੇ ਨੇ, ਸਾਨੂੰ ਹੁਣ ਸੁਭਾਅ ਬਦਲ ਲੈਣਾ ਚਾਹੀਦਾ। ਸੰਸਾਰੀ ਬੰਦਾ ਸੁਭਾਅ ਨਹੀਂ ਬਦਲ ਸਕਦਾ, ਰੱਬ ਤੇ ਰੱਬ ਦੇ ਪਿਆਰੇ ਆਪਣਾ ਨੇਚਰ ਬਦਲ ਸਕਦੇ ਆ। ਜੇ ਕਿਤੇ ਦੁਨਿਆਵੀ ਬੰਦਿਆਂ ਦੇ ਸੁਭਾਅ ਬਦਲਦੇ ਹੁੰਦੇ ਤੇ ਵਾਰਿਸ਼ਾਂ ਨੂੰ ਕਾਹਨੂੰ ਕਹਿਣਾ ਪੈਣਾ ਸੀ, ਵਾਰਿਸ਼ਾਂ ਆਦਤਾਂ ਜਾਂਦੀਆਂ ਨਾ ਭਾਵੇਂ ਕੱਟੀਏ ਪੂਰੀਆਂ ਪੂਰੀਆਂ। ਬੰਦਾ ਲੱਖ ਯਤਨ ਕਰੀ ਚੱਲੇ ਮੈਂ ਸਾਊ ਬਣ ਜਾ, ਮੈਂ ਸ਼ਰੀਫ ਬਣ ਜਾ, ਨਹੀਂ ਬਣਿਆ ਜਾਂਦਾ। ਜਦ ਤੱਕ ਸਤਿਗੁਰ ਦੀ ਕਿਰਪਾ ਨਹੀਂ ਹੁੰਦੀ ਉਦੋਂ ਤੱਕ ਜੀਵਨ ਤੇ ਸੁਭਾਅ ਨਹੀਂ ਬਦਲਿਆ ਜਾ ਸਕਦਾ। ਗੁਰੂ ਪਰਮੇਸ਼ਵਰ ਨੇ ਸਤਿਗੁਰਾਂ ਨੇ ਆਪਣਾ ਸੁਭਾਅ ਬਦਲਿਆ। ਹੁਣ ਮਾਤਾ ਜੀ ਦੇ ਨਾਲ ਗੁਰੂ ਸਾਹਿਬ ਖੁੱਲ ਕੇ ਗੱਲ ਕਰਦੇ ਆ, ਜੋ ਦਿਲ ਕਰਦਾ ਹੈ ਮੰਗ ਲੈਂਦੇ ਨੇ, 2-2 3-3 ਵੇਲੇ ਭੋਜਨ ਕਰਦੇ ਆ, ਰੱਜ ਕੇ ਫੁੱਲਦਾ ਛਕਦੇ ਨੇ। ਬਦਨ ਸਦਨ ਸ਼ਬ ਪੁਨ ਦੇਖੀ, ਵਡ ਭਾਗਣ ਲੱਖ ਆਪ ਬਖਸ਼ੀ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਲੈ ਕੇ ਲੋਈ ਦੀ ਬੁੱਕਲ ਮਾਰ ਕੇ ਵਿਹੜੇ ਵਿੱਚ ਟਹਿਲਦੇ ਨੇ, ਕਦੇ ਕੋਠੇ ਤੇ ਚੜ ਜਾਂਦੇ ਆ। ਮਾਂ ਤ੍ਰਿਪਤਾ ਲਈ ਇਹ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ, ਜਿਸ ਮਾਂ ਨੇ 3 ਤੋਂ 4 ਮਹੀਨੇ ਇੱਕ ਪਲੰਘੇ ਤੇ ਇੱਕੋ ਕਮਰੇ 'ਚ ਆਪਣੇ ਪੁੱਤ ਨੂੰ ਹੱਡੀਆਂ ਦੀ ਮੁੱਠ ਬਣੇ ਪਿਆ ਵੇਖਿਆ ਹੋਵੇ। ਤੇ ਅੱਜ ਪੁੱਤਰ ਟਹਿਲਦਾ ਹੈ, ਹੱਸ ਕੇ ਬੋਲਦਾ ਹੈ, ਸਭ ਨੂੰ ਬੁਲਾਉਂਦਾ ਹੈ। ਕਹਿੰਦੇ ਮਾਂ ਸਦਕੇ ਜਾਂਦੀ ਹੈ। ਮਾਂ ਤ੍ਰਿਪਤਾ ਬਹੁਤ ਖੁਸ਼ ਨੇ, ਅੰਦਰੋਂ ਕਿਤੇ ਨਾ ਕਿਤੇ ਫਿਕਰ ਹੁੰਦਾ ਕਿਸੇ ਦੀ ਨਜ਼ਰ ਹੀ ਨਾ ਲੱਗ ਜੇ। ਇਹ ਪੁਰਾਣੇ ਜ਼ਮਾਨੇ ਵਿੱਚ ਬੜਾ ਹੁੰਦਾ ਸੀ, ਚਲੋ ਹੁਣ ਕਿਹੜਾ ਜ਼ਮਾਨਾ ਬਦਲ ਗਿਆ, ਜਿੰਨੀ ਮਰਜ਼ੀ ਦੁਨੀਆ ਪਰਾਂ ਚਲੀ ਜਾਏ ਸਾਡੇ 'ਚ ਚੀਜ਼ਾਂ ਥੋੜਾ ਜਾਂਦੀਆਂ ਨਜ਼ਰਾਂ ਵਿੱਚ, ਅੰਧ ਵਿਸ਼ਵਾਸ ਕਿੱਥੇ ਨਿਕਲਦਾ। ਮਾਤਾ ਤ੍ਰਿਪਤਾ ਦੀ ਫਿਕਰ ਕਰਦੇ ਨੇ ਆਪਣੇ ਪੁੱਤਰ ਦਾ, ਕੋਲ ਬਿਠਾ ਕੇ ਅੱਖਾਂ ਦੇ ਸਾਵੇ ਭੋਜਨ ਕਰਾਉਂਦੇ ਨੇ, ਦੁੱਧ ਲੱਸੀ ਪਿਲਾਉਂਦੇ ਆ, ਆਖਦੇ ਆ ਪੁੱਤਰ ਜੇ ਖਾਏ ਪੀਏਗਾ ਤਾਂ ਹੀ ਚਿੱਤ ਲੱਗੂ, ਤਾਂ ਹੀ ਕੁਝ ਚੰਗਾ ਲੱਗੂ। ਤੇ ਮਰਦ ਸੱਚੇ ਪਾਤਸ਼ਾਹ ਭਰ ਕੇ ਛੰਨਾ ਦੁੱਧ ਦਾ ਪੀ ਲੈਂਦੇ ਨੇ। ਮਾਤਾ ਦੀ ਭੋਜਨ ਬਣਾਉਂਦੇ ਆ, ਗੁਰੂ ਪਾਤਸ਼ਾਹ ਕੋਲ ਬਹਿ ਕੇ ਗਰਮਾ ਗਰਮ ਫੁਲਕਾ ਛਕ ਲੈਂਦੇ ਨੇ। ਰੋਟੀ ਖਾਣ ਤੋਂ ਬਾਅਦ ਮਾਂ ਕਹਿੰਦੀ ਪੁੱਤ ਜਿੱਥੇ ਮਰਜ਼ੀ ਜਾਇਆ ਮੈਨੂੰ ਕੋਈ ਚਿੰਤਾ ਨਹੀਂ, ਭੋਜਨ ਦੇ ਸਮੇਂ ਆ ਜੀ, ਰੋਕਦੇ ਨਹੀਂ, ਕੋਈ ਬੰਦਸ਼ ਲਾਉਂਦੇ ਨਹੀਂ। ਯਤਨ ਕੀ ਪੰਗਤ ਜਗ ਮੂਲਾ, ਬੈਸ ਹੈ ਭੇ ਕਾਲੂ ਅਨਕੂਲਾ। ਜਿਵੇਂ ਜਿਵੇਂ ਪਿਤਾ ਜੀ ਚਾਹੁੰਦੇ ਸੀ ਸਤਿਗੁਰ ਜੀ ਉਸੇ ਤਰ੍ਹਾਂ ਢਲਣ ਲੱਗ ਪਏ। ਪਿਤਾ ਦੇ ਹਿਸਾਬ ਨਾਲ ਖੇਡ ਵਰਤਾ ਰਹੇ ਆ। ਜਿਵੇਂ ਬਾਪੂ ਜੀ ਚਾਹੁੰਦੇ ਆ ਮੇਰਾ ਪੁੱਤ ਏਦਾਂ ਕਰੇ, ਏਦਾਂ ਬੈਠੇ, ਐਵੇਂ ਖਾਵੇ, ਉੱਥੇ ਜਾਵੇ। ਪਿਤਾ ਨਾਰਾਜ਼ ਸਨ, ਉਹ ਵੀ ਖੁਸ਼ ਹੋ ਗਏ, ਕਹਿੰਦੇ ਸ਼ੁਕਰ ਹੈ ਮੇਰੇ ਪੁੱਤ ਨੂੰ ਸੋਝੀ ਆ, ਮਾੜਾ ਮੋਟਾ ਦੁਨੀਆਦਾਰੀ ਦਾ ਪਤਾ ਲੱਗਣ ਲੱਗਿਆ, ਇਹ ਉੱਠਣ ਬੈਠਣ ਲੱਗਾ ਏ। ਲੌਕਿਕ ਰੀਤ ਮਿਲਨ ਪੁਨ ਬੋਲਣ, ਕਰ ਹੀ ਸਭ ਬਿਦ ਪੁਰ ਮਹਿ ਡੋਲਣ। ਗੁਰੂ ਸਾਹਿਬ ਲੌਕਿਕ ਰੀਤ ਨੂੰ ਅਪਣਾ ਰਹੇ ਆ ਜੀ, ਜਿਵੇਂ ਜਿਵੇਂ ਲੋਕ ਕਰਦੇ ਆ ਉਦਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਕਰਦੇ ਆ। ਜੱਗ ਦੇ ਵਿੱਚ 3 ਤਰ੍ਹਾਂ ਦੀਆਂ ਰੀਤਾਂ ਨੇ। ਇੱਕ ਤੇ ਲੋਕਾਂ ਦਾ ਟ੍ਰੈਡੀਸ਼ਨ, ਜ਼ਮਾਨਾ ਕੀ ਕਰਦਾ ਹੈ, ਰਿਵਾਜ ਫੋਲੋ ਕਰਦੇ ਆ ਲੋਕੀ, ਰਵਾਇਤਾਂ ਚੱਲੇ ਆਉਂਦੇ ਆ ਜਿਵੇਂ ਦੁਨੀਆ ਕਰਦੀ ਆਈ ਹੈ, ਪਤਾ ਨਹੀਂ ਹੈ ਦਿਨਾਂ ਜਾਂ ਰਾਤ ਦਾ ਜੋ ਲੋਕ ਕਹਿੰਦੇ ਉਹ ਕਹਿੰਦੇ ਨੇ। ਇਹ ਤੇ ਹੋ ਗਈ ਲੌਕਿਕ ਰੀਤ। ਤੇ ਦੂਜੀ ਹੋ ਗਈ ਵੈਦਿਕ ਰੀਤ। ਵੈਦਿਕ ਕਿਹੜੀ ਹੈ? ਧਾਰਮਿਕ ਗ੍ਰੰਥ ਕਿਵੇਂ ਕਹਿੰਦੇ ਨੇ ਜੀਵਨ ਜਿਉਣਾ, ਜਿਵੇਂ ਧਰਮੀ ਬੰਦਾ ਜਿਉਂਦਾ। ਤੇ ਤੀਜਾ ਰੂਹਾਨੀਅਤ ਰੀਤ, ਪਰਮਾਤਮਾ ਕੀ ਕਹਿੰਦਾ ਹੈ,
ਉਹਦੇ ਮੁਤਾਬਕ ਕਿਵੇਂ ਚੱਲਣਾ ਹੈ। ਸਤਿਗੁਰ ਸੱਚੇ ਪਾਤਸ਼ਾਹ ਰੂਹਾਨੀਅਤ ਤੋਂ ਨਿਕਲ ਕੇ ਲੌਕਿਕ ਰੀਤ ਵਿੱਚ ਆ ਗਏ, ਪਰ ਧਾਰਮਿਕ ਰੀਤੀ 'ਚ ਨਹੀਂ ਆਏ, ਕਿਉਂਕਿ ਦੁਨੀਆ ਦਾ ਹਰ ਧਰਮ ਅਲੱਗ-ਅਲੱਗ ਫਿਲਾਸਫੀ ਲੈ ਕੇ ਬੈਠਾ ਹੈ। ਹਰ ਧਾਰਮਿਕ ਗ੍ਰੰਥ ਅਲੱਗ-ਅਲੱਗ ਗੱਲ ਕਰਦਾ ਹੈ। ਇਸਲਾਮ ਨੇ ਹੋਰ ਤਰੀਕੇ ਨਾਲ ਰੱਬ ਦੀ ਗੱਲ ਕੀਤੀ ਹੈ, ਸਨਾਤਨ ਮਤ ਹਿੰਦੂ ਧਰਮ ਨੇ ਹੋਰ ਤਰੀਕੇ ਨਾਲ ਕੀਤੀ ਹੈ, ਬੁੱਧਿਸਟ ਹੋਰ ਤਰੀਕੇ ਨਾਲ ਕਰਦੇ ਆ, ਤੇ ਇਜ਼ਰਾਈਲ ਦੇ ਲੋਕ ਹੋਰ ਤਰੀਕੇ ਨਾਲ ਕਰਦੇ ਆ। ਉਹਨਾਂ ਦਾ ਆਪਣਾ ਧਰਮ ਹੈ ਯਹੂਦੀ ਮਤ, ਸਭ ਦਾ ਆਪਣਾ ਆਪਣਾ ਤਰੀਕਾ ਹੈ। ਕਿਤੇ ਸ਼ਰਾਬ ਦਾ ਧਰਮ ਦੀ ਦੁਨੀਆ ਵਿੱਚ ਵੜਨਾ ਮਹਾਪਾਪ ਹੈ। ਕਿਤੇ ਕ੍ਰਿਸਚਨ ਕਹਿੰਦੇ ਆ ਬੀਅਰ ਤੋਂ ਬਿਨਾਂ ਧਰਮ ਨਹੀਂ ਚੱਲਦਾ ਜ਼ਮਾਨਾ। ਕਿਤੇ ਲੋਕ ਜੁੱਤੀਆਂ ਪਾ ਕੇ ਜਾਂਦੇ ਤੇ ਕਿਤੇ ਲਾ ਕੇ ਜਾਂਦੇ ਆ। ਕਹਿਣ ਤੋਂ ਮੁਰਾਦ ਧਰਮਾਂ ਦੀ ਆਪਣੀ ਆਪਣੀ ਫਿਲਾਸਫੀ ਹੈ, ਤੇ ਲੌਕਿਕ ਰੀਤ ਜੋ ਤੂੰ ਕੀਤਾ ਉਹ ਮੈਂ ਕੀਤਾ। ਜਿਵੇਂ ਲੋਕ ਗੱਲਾਂ ਕਰਦੇ ਉਦਾਂ ਅਸੀਂ ਜ਼ਮਾਨੇ ਤੋਂ ਬਾਅਦ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੌਕਿਕ ਰੀਤ ਧਾਰਨ ਕਰ ਲਈ, ਵੈਦਿਕ ਰੀਤ ਨਾ ਪਹਿਲਾਂ ਕੀਤੀ। ਵੈਦਿਕ ਰੀਤ ਕੀ ਸੀ? ਜਨੇਊ ਪਾਉਣਾ, ਜਿਵੇਂ ਪੰਡਤ ਕਰਦੇ ਆ ਉਦਾਂ ਕਰਨਾ, ਬਸ ਜੀ ਕੋਈ ਜਵਾਬ ਨਹੀਂ, ਜਿਵੇਂ ਪਹਿਲਾਂ ਹੋਇਆ ਸੀ ਅਸੀਂ ਉਦਾਂ ਹੀ ਕਰਾਂਗੇ। ਲੌਜਿਕ ਨਹੀਂ ਹੈ, ਤਰਕ ਨਹੀਂ ਹੈ, ਅੱਖਾਂ ਬੰਦ ਕਰਕੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਵੈਦਿਕ ਰੀਤ ਛੱਡ ਕੇ ਰੂਹਾਨੀਅਤ ਤੋਂ ਸਿੱਧਾ ਲੌਕਿਕ ਤੇ ਆ ਗਏ। ਵੱਧ ਬੋਲਣ ਲੱਗੇ, ਹੱਸਣ ਖੇਡਣ ਲੱਗੇ। ਹੁਣ ਸੰਸਾਰ ਨੂੰ ਤੇ ਇਹੀ ਪਾਉਂਦਾ ਹੈ। ਸਾਨੂੰ ਲੱਗਦਾ ਜਿਹੜਾ ਬੰਦਾ ਬਹੁਤਾ ਹੱਸਦਾ ਹੈ ਬੜਾ ਤੰਦਰੁਸਤ ਰਹਿੰਦਾ ਹੈ, ਮੈਡੀਕਲ ਸਾਇੰਸ ਕਹਿੰਦੀ ਹੈ। ਪਰ ਇਹ ਦੱਸੋ ਜੀ ਹੱਸਦਾ ਕੌਣ ਹੈ? ਜੇ ਹੁਣ ਹਾਸਿਆਂ ਦੇ ਹਿਸਾਬ ਨਾਲ ਆ ਜਾਈਏ, ਹਰ ਸੈਲਫੀ ਦੇ ਵਿੱਚ ਘਰ ਵਾਲੀ ਹੱਸਦੀ ਹੁੰਦੀ ਤੇ ਘਰ ਵਾਲੇ ਦਾ ਮੂੰਹ ਬਣਿਆ ਹੁੰਦਾ, ਫਿਰ ਇਹਦੇ ਹਿਸਾਬ ਨਾਲ ਤੇ ਉਮਰਾਂ ਇਹਨਾਂ ਦੀਆਂ ਲੰਬੀਆਂ। ਆਖੋ ਸਤਿਨਾਮ, ਇਹਨਾਂ ਦੀ ਤੇ ਉਮਰ ਹੀ ਨਹੀਂ। ਨਹੀਂ, ਦਿਖਾਵਿਆਂ ਦੇ ਹਾਸਿਆਂ ਦਾ ਜ਼ਿਕਰ ਨਹੀਂ ਹੈ। ਲੌਕਿਕ ਰੀਤ ਕਹਿੰਦੀ ਹੈ ਦੁਨਿਆਵੀ ਤੌਰ ਤੇ ਹੱਸੋ, ਅੰਦਰ ਭਾਵੇਂ ਖੋਰ ਰੱਖੋ, ਬਾਹਰੋਂ ਹਾਂਜੀ ਹਾਂਜੀ ਕਰੀ ਜਾਓ। ਪਰ ਧਾਰਮਿਕ ਵੈਦਿਕ ਰੀਤ ਕਹਿੰਦੀ ਨਹੀਂ, ਤੂੰ ਜਿਹੋ ਜਿਹਾ ਅੰਦਰੋਂ ਉਹੋ ਜਿਹਾ ਬਾਹਰ ਰਹਿ। ਤੇ ਪਰਮੇਸ਼ਰ ਕਹਿੰਦਾ ਤੂੰ ਲੌਕਿਕ ਤੇ ਵੈਦਿਕ ਤੋਂ ਲੈਣਾ ਕੀ ਹੈ? ਤੂੰ ਜਿਸ ਰੂਪ ਵਿੱਚ ਆਇਆ ਉਹੋ ਜਿਹਾ ਬਣ ਕੇ ਰਹਿ। ਹੁਣ ਗੁਰੂ ਸਾਹਿਬ ਹੱਸਣ ਖੇਡਣ ਲੱਗੇ, ਬੁਲਾਉਣ ਲੱਗੇ। ਬੇਵਜ੍ਹਾ ਪਿਤਾ ਜੀ ਨੂੰ ਬੁਲਾਉਂਦੇ ਆ, ਬੇਵਜ੍ਹਾ ਹੀ ਬਿਨਾਂ ਕੰਮ ਤੋਂ ਹੀ ਮਾਤਾ ਜੀ ਨੂੰ ਬੁਲਾਉਣ ਲੱਗ ਪਏ, ਤੇ ਮਾਪੇ ਹੋ ਗਏ ਖੁਸ਼। ਚਾਚਾ ਲਾਲੂ ਜੀ ਕੋਲ ਬਹਿੰਦੇ ਆ, ਮਹਾਰਾਜ ਉਹਨਾਂ ਨਾਲ ਕਿੰਨੀ ਕਿੰਨੀ ਦੇਰ ਗੱਲਾਂ ਕਰਦੇ। ਹੁਣ ਧਰਮ ਦੀ ਗੱਲ ਨਹੀਂ ਕਰਦੇ, ਰੱਬ ਦੀ ਗੱਲ ਇਹਨਾਂ ਕੋਲ ਨਹੀਂ ਕਰਦੇ। ਜਿਹੋ ਜੀਆਂ ਗੱਲਾਂ ਸੁਣ ਕੇ ਖੁਸ਼ ਸੀ, ਸਤਿਗੁਰ ਉਹੋ ਜੀਆਂ ਕਰਨ ਲੱਗੇ ਨੇ। ਸੁੰਦਰ ਸੋਭਤ ਬੈਸ ਕਿਸ਼ੋਰਾ, ਗਿਰਾ ਮਿਰਦੁਲ ਮਦਰੀ ਚਿਤ ਚੋਰਾ। ਸਤਿਗੁਰ ਜਦ ਬੋਲ ਰਿਹਾ ਮਦਰੀ ਚਿਤ ਚੋਰਾ, ਦੁਨੀਆ ਦੇ ਚਿੱਤ ਚੁਰਾ ਲੈਂਦੇ ਆ, ਦਿਲ ਖੋਹ ਲੈਂਦੇ ਆ। ਸੁਣਨ ਵਾਲਾ ਉਹਨਾਂ ਦੀਆਂ ਗੱਲਾਂ ਸੁਣ ਕੇ ਕੱਲਾ ਬਹਿ ਬਹਿ ਵੀ ਹੱਸਦਾ, ਯਾਦ ਵੀ ਕਰਦਾ ਹੈ ਕਿਸ਼ੋਰ ਅਵਸਥਾ ਹੈ। ਪਰ ਜਵਾਨੀ ਵਾਲੇ ਪਾਸੇ ਪੈਰ ਰੱਖ ਰਹੇ ਨੇ। ਕਹਿੰਦੇ ਇੱਕ ਇੱਕ ਬਚਨ ਸਤਿਗੁਰਾਂ ਦਾ ਮੋਤੀਆਂ ਵਰਗਾ ਹੁੰਦਾ ਹੈ। ਜਿਹਨੂੰ ਵੀ ਬੁਲਾਉਂਦੇ ਆ ਹੱਸ ਕੇ ਪਿਆਰ ਨਾਲ ਬੁਲਾਉਂਦੇ ਨੇ। ਲਲਟ ਬਿਲੋਚਨ ਦਲਿਉਤ ਪਲਸੇ, ਤਾਰੇ ਸਿਆਮ ਗੰਢ ਕੀ ਸਿਲ ਸੇ। ਬੋਲਦੇ ਬੋਲਦੇ ਸਤਿਗੁਰ ਜ਼ਿਆਦਾਤਰ ਅੱਖਾਂ ਤੋਂ ਕੰਮ ਲੈਂਦੇ ਆ, ਅੱਖਾਂ ਦੇ ਇਸ਼ਾਰੇ ਕਰਦੇ, ਤੇ ਲੋਕਾਂ ਨੂੰ ਇਹ ਤੇ ਪਸੰਦ ਹੁੰਦਾ। ਦੁਨੀਆ ਕਿੱਥੇ ਖੜੀ ਹੈ, ਮੈਨੂੰ ਕੌਣ ਕਿਵੇਂ ਦੇਖਦਾ, ਬਸ ਦੁਨੀਆ ਇੱਥੇ ਤੱਕ ਹੈ। ਮੈਂ ਕਿਸੇ ਨੂੰ ਕਿਵੇਂ ਦੇਖਦਾ ਇਹ ਪਹਿਲਾਂ ਨਹੀਂ ਦਿਖਾਉਂਦਾ, ਲੋਕ ਮੈਨੂੰ ਕਿਵੇਂ ਦੇਖਦੇ ਆ, ਆਹ ਗੱਲ ਵੱਡੀ ਹੈ। ਤੇ ਗੁਰੂ ਸਾਹਿਬ ਨੇ ਨਾ ਨੇਤਰ ਭਰ ਕੇ ਵੇਖ ਲੈਣਾ, ਹੱਸ ਪੈਣਾ, ਕਈ ਵਾਰ ਨਹੀਂ ਵੀ ਬੁਲਾਉਣਾ। ਕਹਿੰਦੇ ਸਤਿਗੁਰਾਂ ਦੇ ਨੇਤਰਾਂ ਦੀਆਂ ਅੱਖਾਂ ਦੀਆਂ ਕਾਲੀਆਂ ਪੁਤਲੀਆਂ ਇਦਾਂ ਦੀਆਂ ਨੇ, ਕਵੀ ਕਹਿੰਦੇ ਜਿੱਦਾਂ ਗੰਡਕਾ ਨਦੀ ਦਾ ਕਾਲਾ ਪੱਥਰ ਹੋਵੇ। ਵੇਖ ਕੇ ਹੱਸ ਕੇ ਸਤਿਗੁਰ ਨੈਣ ਚੁਰਾ ਲੈਂਦੇ ਆ ਤੇ ਲੋਕ ਖੁਸ਼ ਰਹਿੰਦੇ ਆ। ਕਹਿੰਦੇ ਨਾਨਕ ਬਹੁਤ ਹਸਮੁਖ ਹੈ, ਬੜਾ ਪਿਆਰਾ ਹੈ, ਬੜੀਆਂ ਸੋਹਣੀਆਂ ਗੱਲਾਂ ਕਰਦਾ ਹੈ। ਲੋਕਾਂ ਨੂੰ ਤੁਹਾਡੇ ਅੰਦਰ ਚੱਲਦੀਆਂ ਹਨੇਰੀਆਂ ਨਾਲ ਕੋਈ ਮਤਲਬ ਨਹੀਂ, ਸਿਰਫ ਜ਼ਮਾਨਾ ਤੁਹਾਡੇ ਮੂੰਹ ਤੋਂ ਹਾਸਾ ਖੇਡਾ ਵੇਖਣਾ ਚਾਹੁੰਦਾ ਹੈ। ਜਿਵੇਂ ਦੁਨੀਆ ਚੱਲਦੀ ਹੈ, ਲੋਕ ਕਹਿੰਦੇ ਤੂੰ ਸਾਡੇ ਵਾਂਗ ਚੱਲ, ਜੋ ਅਸੀਂ ਪਸੰਦ ਕਰਦੇ ਆ ਉਹ ਕਰਕੇ ਵਿਖਾ, ਬਾਜੀਗਰ ਬਣ ਕੇ। ਪਰ ਤੂੰ ਕੀ ਐਕਚੁਅਲ ਦੇ ਵਿੱਚ ਕੋਈ ਮਤਲਬ ਨਹੀਂ ਹੈ। ਗੁਰੂ ਸਾਹਿਬ ਆਪਣੇ ਆਪ 'ਚ ਰਹਿੰਦੇ ਸੀ,
ਕਿਸੇ ਨੂੰ ਕੋਈ ਫਰਕ ਸੀ? ਮਾੜਾ ਕਹਿੰਦੇ ਸੀ ਸਾਰੇ। ਅੱਜ ਸਤਿਗੁਰ ਲੋਕਾਂ ਵਰਗੇ ਹੋ ਗਏ, ਜਮਾਨੇ ਵਰਗੇ ਹੋ ਕੇ ਵਿਖਾ ਰਹੇ ਨੇ, ਹਰ ਕੋਈ ਸ਼ਾਬਾਸ਼ ਦਿੰਦਾ ਏ। ਸੋਰਠਾ ਬਨੀ ਸੋ ਪਿਰਕੁਟੀ ਬੰਕ, ਜਿਉ ਕਮਾਨ ਇਹ ਕਾਮ ਕੀ। ਬੁੱਕਲ ਮਾਰ ਕੇ ਸੱਚੇ ਪਾਤਸ਼ਾਹ ਗਲੀ ਗਲੀ ਘੁੰਮਦੇ ਆ। ਜਿੱਧਰ ਛੋਟੀਆਂ ਜਾਤਾਂ ਦੇ ਲੋਕ ਰਹਿੰਦੇ ਸੀ ਨਾ, ਉਹਨਾਂ ਸਮਿਆਂ 'ਚ ਛੂਤ ਛਾਤ ਬੜਾ ਸੀ, ਕਿਉਂਕਿ ਬ੍ਰਾਹਮਣਾਂ ਦਾ ਰਾਜ ਸੀ। ਮਰਦ ਸੱਚੇ ਪਾਤਸ਼ਾਹ ਨੇ ਉੱਧਰ ਚਲੇ ਜਾਣਾ ਜਿੱਧਰ ਲੋਕ ਕਹਿੰਦੇ ਸੀ ਇੱਧਰ ਨੀਚ ਵਸਦੇ ਆ, ਅਸੀਂ ਨਹੀਂ ਜਾਣਾ, ਸ਼ੂਦਰ ਕਹਿੰਦੇ ਸੀ। ਤੇ ਗੁਰੂ ਸਾਹਿਬ ਉਹਨਾਂ ਦੇ ਬੱਚਿਆਂ ਕੋਲ ਘੁੰਮ ਫਿਰ ਆਉਂਦੇ ਆ, ਗੱਲਾਂ ਬਾਤਾਂ ਕਰ ਆਉਂਦੇ ਆ, ਬਹਿ ਆਉਂਦੇ ਆ, ਘੜੀ ਸਮਾਂ ਬਤੀਤ ਕਰ ਲੈਂਦੇ ਆ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੀਆਂ ਨਜ਼ਰਾਂ ਜਮਾਨੇ ਨਾਲ ਮਿਲਦੀਆਂ ਤੇ ਜਮਾਨਾ ਖੁਸ਼ ਬੜਾ ਹੈ, ਕਹਿੰਦੇ ਜਿਨ੍ਹਾਂ ਦੇ ਅੱਖਾਂ ਦੇ ਪ੍ਰਗਟੇ ਤਿੱਖੀਆਂ ਕਮਾਨਾਂ ਵਰਗੇ। ਜਦ ਕੋਈ ਬਜ਼ੁਰਗ ਬੁਲਾਉਂਦਾ ਹੈ, ਮਹਾਰਾਜ ਕੋਲ ਦੋ ਹੀ ਸ਼ਬਦ ਨੇ, ਚਾਚਾ ਜੀ ਤੇ ਤਾਇਆ ਜੀ। ਪੁਰਾਣੇ ਸਮੇਂ ਦੇ ਵਿੱਚ ਪਿੰਡ ਵਿੱਚ ਜਾਤ ਪਾਤ ਨਹੀਂ ਸੀ ਵੇਖੀ ਜਾਂਦੀ, ਇਹਨਾਂ ਦੋਨਾਂ ਸ਼ਬਦਾਂ ਨਾਲ ਹੀ ਸੰਬੋਧਨ ਕਰਦੇ ਸੀ, ਚਾਚਾ ਜੀ ਤਾਇਆ ਜੀ। ਉਮਰ ਪਿਤਾ ਤੋਂ ਵੱਡੀ ਹੈ ਤੇ ਬਾਪੂ ਜੀ। ਮਹਾਰਾਜ ਸਾਰਿਆਂ ਨੂੰ ਪਿਆਰ ਨਾਲ ਬੁਲਾਉਂਦੇ। ਤੇ ਹੁਣ ਪਿਤਾ ਜੀ ਨੂੰ ਆ ਕੇ ਲੋਕ ਦੱਸਦੇ, ਕਹਿੰਦੇ ਤੇਰਾ ਪੁੱਤ ਠੀਕ ਹੋ ਗਿਆ, ਤੂੰ ਕਹਿੰਦਾ ਸੀ ਬਿਮਾਰੀ ਲੱਗੀ, ਇਹਨੂੰ ਰੋਗ ਲੱਗਿਆ। ਤੇ ਬਾਪੂ ਬੜਾ ਖੁਸ਼, ਕਹਿੰਦਾ ਕੋਈ ਨਹੀਂ, ਥੋੜੇ ਦਿਨ ਮੌਜਾਂ ਹੋਰ ਕਰ ਲੈਂਦੇ, ਫਿਰ ਕੰਮ ਕਾਰ ਤੇ ਲਾਉਣੇ ਆ। ਕਿਦੋ ਇੰਦ ਅਕਲੰਕ ਸਦਨ ਤਾਸ ਮਹਿਰਾਬ ਸੀ। ਸੋ ਪਈ ਮੰਦ ਮੰਦ ਸੁੰਦਰ ਗਤ ਚਲਹੀ, ਦਿਆ ਦ੍ਰਿਸ਼ਟ ਦੇਖੈ ਦੁਖ ਦਲਹੀ। ਗੁਰੂ ਸਾਹਿਬ ਹੌਲੀ 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 ਇਕੱਲੇ ਹੀ ਤੁਰਦੇ ਨੇ, ਕਦੇ ਕਦੇ ਭਾਈ ਬਾਲਾ ਜੀ ਨੂੰ ਨਾਲ ਲੈ ਲੈਂਦੇ ਨੇ। ਕਰਦੇ ਕੀ ਆ, ਜਿੱਥੇ ਪਤਾ ਲੱਗਦਾ ਕੋਈ ਦੁਖੀ ਹੈ, ਕੋਈ ਗਰੀਬ ਹੈ, ਕੋਈ ਲੋੜਵੰਦ ਹੈ, ਉਹਦੀ ਸਹਾਇਤਾ ਕਰ ਆਉਂਦੇ ਆ। ਦੁਖੀਆਂ ਦੇ ਦੁੱਖ ਵੇਖਦੇ ਰਹਿੰਦੇ ਤੇ ਲੋਕ ਹੱਸ ਕੇ ਕਹਿੰਦੇ ਆ, ਕਹਿੰਦੇ ਪਹਿਲਾਂ ਆਪ ਬਿਮਾਰ ਸੀ, ਹੁਣ ਵੈਦ ਬਣਿਆ ਫਿਰਦਾ। ਜ਼ਮਾਨਾ ਹੈ, ਜਿਵੇਂ ਜੋ ਆਉਂਦਾ ਲੋਕੀ ਕਹਿ ਦਿੰਦੇ ਆ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਕੋਸ਼ਿਸ਼ ਕਰਦੇ ਨੇ ਵੀ ਸਾਡੇ ਪਿਤਾ ਜਿੰਨੇ ਸਾਡੇ ਤੋਂ ਦੁਖੀ ਨੇ ਉਹਨੇ ਖੁਸ਼ ਹੋ ਜਾਣ, ਉਹਨੇ ਖੁਸ਼ ਹੋਣ। ਕਿਉਂਕਿ ਪਿਤਾ ਨੂੰ ਚੰਗਾ ਲੱਗਦਾ ਪੁੱਤ ਬੋਲਦਾ ਹੱਸਦਾ ਖੇਡਦਾ, ਹੋਰ ਕੁਛ ਨਹੀਂ ਹੈ। ਉਸੇ ਰੂਟੀਨ 'ਚ ਸਤਿਗੁਰਾਂ ਨੇ ਆਪਣਾ ਬਿਠਾਲਿਆ। ਬੇਸ਼ੱਕ ਔਖਾ ਲੱਗਿਆ, ਕਿਉਂਕਿ ਜ਼ਮਾਨੇ ਦੀ ਫਿਤਰਤ ਇਹੀ ਹੈ, ਤੁਸੀਂ ਸਾਡੇ ਤੋਂ ਕੁਝ ਲਓਗੇ ਅਸੀਂ ਤੁਹਾਨੂੰ ਦੇਵਾਂਗੇ, ਜਿੱਦਣ ਤੁਸੀਂ ਲੈਣਾ ਦੇਣਾ ਬੰਦ ਕਰਤਾ ਤੇ ਤੁਸੀਂ ਸਾਡੇ ਕੀ ਲੱਗਦੇ। ਤੇ ਗਰੀਬ ਨਵਾਜ਼ ਸਤਿਗੁਰ ਕਹਿੰਦੇ ਜਦ ਹੀ ਪਿੰਡ 'ਚ ਵੜੇ, ਪਿੰਡ ਦੇ ਸਤਿਗੁਰ ਹਰਮਨ ਪਿਆਰੇ ਹੋ ਗਏ। ਲੋਕੀ ਇਹਨਾਂ ਬਿਨਾਂ ਇੱਕ ਪਲ ਨਹੀਂ ਰਹਿੰਦੇ, ਵੱਡੇ ਬਜ਼ੁਰਗ ਛੋਟੇ ਬੱਚੇ ਸਭ ਗੁਰੂ ਨਾਨਕ ਸਾਹਿਬ ਦੇ ਆਸੇ ਪਾਸੇ ਵਿਚਰਦੇ ਹਨ। ਨਿਜ ਇੱਛਾ ਬੇਦੀ ਕੁਲ ਕੀਤੋ, ਵਿਚਰੈ ਕੀਰਤਨ ਕਰਤਨ ਕੀਤੋ। ਗੁਰੂ ਸਾਹਿਬ ਆਪਣੀ ਮਰਜ਼ੀ ਨਾਲ ਸਵੇਰ ਤੋਂ ਸ਼ਾਮ ਤੱਕ ਵਿਚਰਦੇ ਆ, ਪਰ ਕਹਿੰਦੇ ਕੰਮ ਨਹੀਂ ਕੋਈ ਕਰਦੇ, ਕੋਈ ਕੰਮ ਨਹੀਂ ਕਰਦੇ। ਮਾਂ ਨੂੰ ਤੇ ਖੁਸ਼ੀ ਹੈ, ਪੁੱਤ ਮੇਰਾ ਤੁਰਦਾ ਫਿਰਦਾ ਘੁੰਮਦਾ ਫਿਰਦਾ। ਬਾਪੂ ਦੀ ਸਿਰ ਦਰਦ ਹਰੇ ਵੀ ਹੈ ਵੀ ਇਹ ਤੁਰਨ ਫਿਰਨ ਲੱਗ ਗਿਆ, ਅਵਾਰਾ ਹੀ ਫਿਰਦਾ, ਹੁਣ ਵਿਹਲਾ ਹੀ ਫਿਰੀ ਜਾਂਦਾ ਹੈ, ਇਹ ਕੰਮ ਕਿਉਂ ਨਹੀਂ ਕਰਦਾ। ਹੁਣ ਕਹਿੰਦੇ ਕੁਛ ਨਹੀਂ, ਅੰਦਰੋਂ ਅੰਦਰ ਝੋਟੇ ਰਹਿੰਦੇ। ਬੜੀ ਵਾਰ ਮਨ 'ਚ ਆਇਆ, ਮੇਰੀ ਬਾਹ ਫੜ ਕੇ ਇਹਨੂੰ ਸਮਝਾਵਾਂ, ਵੇਖ ਫਲਾਣੇ ਦਾ ਬੱਚਾ ਕੰਮ ਕਰਦਾ, ਤੂੰ ਕਿਉਂ ਵਿਹਲਾ ਤੁਰਿਆ ਫਿਰਦਾ। ਪਰ ਆਪਣੇ ਆਪ ਨੂੰ ਰੋਕ ਲੈਂਦੇ, ਫਿਰ ਸਮਝਾ ਲੈਂਦੇ ਨੇ। ਐਸੇ ਕਿੰਚਤ ਕਾਲ ਬਿਤਾਇਓ, ਜਗਤ ਉਦਾਹਰਨ ਹਿਤ ਜੋ ਆਇਓ। ਜਗਤ ਉਦਾਹਰਨ ਵਾਲੇ ਸਤਿਗੁਰੂ ਕਈ ਪਿੰਡਾਂ ਦਾ ਦੌਰਾ ਕਰ ਜਾਂਦੇ ਆ, ਕਈ ਲੋਕਾਂ ਨੂੰ ਮਿਲ ਕੇ ਉਹਨਾਂ ਦੇ ਦੁੱਖ ਦੂਰ ਕਰ ਜਾਂਦੇ ਆ। ਪਰ ਪਿਤਾ ਨੂੰ ਹੁਣ ਫੇਰ ਫਿਕਰ ਪੈ ਗਿਆ ਵੀ ਜੇ ਕਿਤੇ ਸਾਧਾਂ ਫਕੀਰਾਂ ਕੋਲ ਜਾਣ ਲੱਗ ਪਿਆ, ਕਿਉਂਕਿ ਘਰੇ ਤੇ ਵੜਦਾ ਨਹੀਂ। 1.5 ਮਹੀਨੇ ਹੀ ਮਹਾਰਾਜ ਨੇ ਏਦਾਂ ਬਤੀਤ ਕੀਤਾ ਤੇ ਬਾਪੂ ਜੀ ਨੂੰ ਇਹ ਫਿਕਰ ਪੈ ਗਿਆ ਵੀ ਇਹਨੂੰ ਕੰਮ ਧੰਦੇ ਲਾਵਾਂਗੇ। ਸਿਰਫ 1.5 ਮਹੀਨਾ ਮਸਾਂ ਕੱਟਿਆ ਉਹਨਾਂ ਨੇ। ਰੋਜ਼ ਹੀ ਚੁੱਭਦਾ ਸੀ ਪੁੱਤ, ਪਹਿਲਾਂ ਪਿਆ ਚੁੱਭੀ ਜਾਂਦਾ ਸੀ, ਹੁਣ ਤੁਰਦਾ ਫਿਰਦਾ ਚੁੱਭਦਾ। ਕਿਉਂਕਿ ਪਿਤਾ ਜੀ ਚੱਲਦੇ ਆ ਦੁਨੀਆ ਦੇ ਹਿਸਾਬ ਨਾਲ। ਜ਼ਮਾਨਾ ਕੀ ਕਹਿੰਦਾ, ਲੋਕੀ ਕੀ ਮੈਨੂੰ ਆਖਣਗੇ, ਮੇਰਾ ਪੁੱਤ ਨਹੀਂ ਕੰਮ ਕਰਦਾ ਕੋਈ, ਮੈਂ ਪਟਵਾਰੀਆਂ, ਪੁੱਤ ਮੇਰਾ ਵਿਹਲੜ ਹੈ। ਉਹ ਸਾਰੀ ਜ਼ਿੰਦਗੀ ਲੋਕਾਂ ਨੂੰ ਖੁਸ਼ ਕਰਨ ਦੇ ਲੱਗੇ ਰਹਿੰਦੇ ਸੀ ਗੱਲਾਂ 'ਚ ਵੀ ਲੋਕ ਮੈਥੋਂ ਖੁਸ਼ ਰਹਿਣ। ਪਰ ਐਸਾ ਗੁਰੂ ਨਾਨਕ ਸਾਹਿਬ ਨਹੀਂ ਸੀ ਕਰਨਾ ਚਾਹੁੰਦੇ। ਕਹਿੰਦੇ ਕਈ ਵਾਰ ਪਿਤਾ ਜੀ ਉੱਠ ਕੇ ਨੇੜੇ ਆਉਂਦੇ ਆਪਣੇ ਪੁੱਤ ਦੇ, ਫੇਰ ਮਨ ਜਾ ਬਦਲ ਲੈਂਦੇ, ਛੱਡ ਪਰਾਂ ਕਾਹਨੂੰ ਕਹਿਣਾ, 4 ਦਿਨ ਹੋਰ ਕੱਢ ਲਈਏ।
ਪਰ ਮਰਦ ਜਾਣਦੇ ਸੀ ਵੀ ਸਾਡੇ ਪਿਤਾ ਬੜੇ ਕਾਲੇ ਹੋਏ ਪਏ ਆ, ਸਾਨੂੰ ਸਮਝਾਉਣਾ ਚਾਹੁੰਦੇ ਨੇ। ਇੱਕ ਬਾਸਰ ਕਾਲੂ ਨਿਜ ਸਦਨਾ, ਬੈਸ ਬੁਲਾਇਓ ਬਾਰਜ ਬਦਨਾ। ਇੱਕ ਦਿਨ ਹਰ ਰੋਜ਼ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਮਾਰ ਕੇ ਲੋਈ ਦੀ ਬੁੱਕਲ ਜਦੋਂ ਘਰੋਂ ਨਿਕਲ ਲੱਗੇ ਤੇ ਪਿਤਾ ਜੀ ਨੇ ਫੇਰ ਲਾਇਆ ਹਿਸਾਬ, ਕਹਿੰਦੇ ਹੁਣ ਨਹੀਂ ਸ਼ਾਮ ਤੱਕ ਵੜਦਾ। ਆਵਾਜ਼ ਮਾਰੀ, ਕਹਿੰਦੇ ਪੁੱਤਰ ਜੀ। ਸਤਿਗੁਰ ਕਹਿੰਦੇ ਹਾਂਜੀ ਪਿਤਾ ਜੀ। ਬੜੇ ਪਿਆਰ ਨਾਲ ਬੋਲੇ, ਕਹਿੰਦੇ ਜਿਹੜਾ ਗੱਲ ਤੇ ਸੁਣਿਓ। ਮਹਾਰਾਜ ਕੋਲ ਆ ਗਏ, ਪਿਤਾ ਜੀ ਪਲੰਘੇ ਤੇ ਬੈਠੇ ਆ, ਇੱਕ ਪਾਸੇ ਚਾਚਾ ਲਾਲ ਚੰਦ ਬੈਠੇ ਆ, ਗੁਰੂ ਸਾਹਿਬ ਕੋਲੇ ਖੜੇ ਆ। ਪਿਤਾ ਕਹਿੰਦੇ ਪੁੱਤ ਮੈਂ ਗੱਲ ਕਰਨੀ ਸੀ ਤੇਰੇ ਨਾਲ, ਸਮਾਂ ਹੈ ਤੇਰੇ ਕੋਲ? ਮਹਾਰਾਜ ਹੱਸ ਕੇ ਕਹਿੰਦੇ ਪਿਤਾ ਜੀ ਸਾਰਾ ਸਮਾਂ ਹੀ ਤੇ ਤੁਹਾਡਾ ਹੈ, ਬੱਚਿਆਂ ਦਾ ਆਪਣਾ ਕੀ ਹੁੰਦਾ, ਸਭ ਕੁਝ ਮਾਪਿਆਂ ਦਾ ਹੀ ਤੇ ਹੁੰਦਾ ਤੇ ਮਾਪਿਆਂ ਦਾ ਹੀ ਕਰਦੇ ਆ। ਪਿਤਾ ਖੁਸ਼ ਹੋ ਗਏ ਵੀ ਤੇ ਸਮਝਦਾਰ ਬਹੁਤ ਹੋ ਗਿਆ, ਇਹ ਤੇ ਹੁਣ ਮੇਰੇ ਨਾਲ ਹੱਸ ਖੇਡ ਕੇ ਪਿਆਰ ਨਾਲ ਬੋਲਦਾ ਹੈ, ਅੱਗੇ ਤੇ ਬਾਤ ਨਹੀਂ ਸੀ ਪੁੱਛਦਾ। ਗਰਵ ਕਮਾਵਣ ਸਿਖਵਣ ਹੇਤੋ, ਨਿਕਟ ਬਸਾਇਓ ਕਿਰਪਾ ਨਕੇਤੋ। ਪਿਤਾ ਜੀ ਨੇ ਪੈਂਦਾਂ ਵਾਲੇ ਪਾਸੇ ਆਪਣੇ ਪੁੱਤ ਨੂੰ ਬਿਠਾ ਲਿਆ, ਮਿੱਠੀਆਂ ਜੀਆਂ ਗੱਲਾਂ ਚਾਰਕ ਕਰਕੇ ਉੱਥੇ ਹੀ ਆ ਗਏ। ਫਿਰ ਕਹਿੰਦੇ ਪੁੱਤ 4 ਪੈਸੇ ਕਮਾ, ਜ਼ਿੰਦਗੀ 'ਚ ਕੰਮ ਆਉਣਗੇ, ਆਖੋ ਸਤਿਨਾਮ। ਮਰਦ ਨੇ ਵੇਖਿਆ ਵੀ ਤੇ ਫਿਰ ਕੰਮ ਸ਼ੁਰੂ ਹੋ ਗਿਆ, ਪਰ ਬੋਲੀ ਪਿਤਾ ਜੀ ਧਨ ਕਮਾਉਣ ਦੇ ਫਾਇਦੇ ਦੱਸਦੇ ਆ ਵੀ ਜੇ ਦੌਲਤ ਕਮਾਏਗਾ, ਪੈਸੇ ਦੀ ਇੱਜ਼ਤ ਤਾਂ ਬੰਦੇ ਦੀ ਥੋੜ੍ਹਾ ਹੈ। ਇਹਦੇ ਅੱਜ ਵੀ ਸੱਚ ਹੈ, ਤੁਹਾਡੇ ਕੋਲ ਲੱਖਾਂ ਰੁਪਇਆ ਲੋਕ ਬਿਨਾਂ ਬੁਲਾਏ ਤੁਹਾਡੇ ਘਰ ਮਹਿਮਾਨ ਬਣ ਕੇ ਆਉਣਗੇ, ਤੁਹਾਡੇ ਤੇ ਆ ਜੇ ਗਰੀਬੀ, ਕੋਈ ਸੱਦਿਆਂ ਤੋਂ ਆਪਣੇ ਵੀ ਨਹੀਂ ਆਉਂਦੇ, ਉਹ ਵੀ ਕਹਿੰਦੇ ਕੌਣ ਹੈ ਤੂੰ, ਅਸੀਂ ਨਹੀਂ ਜਾਣਦੇ, ਸਮਾਂ ਕੀ ਹੈ। ਗੁਰੂ ਨਾਨਕ ਸਾਹਿਬ ਦੇ ਪਿਤਾ ਦੁਨਿਆਵੀ ਤੌਰ ਤੇ ਸਮਝਾਉਂਦੇ ਆ, ਕਹਿੰਦੇ ਪੁੱਤ ਦੌਲਤ ਬੰਦੇ ਦੀ ਜ਼ਿੰਦਗੀ ਦਾ ਗਹਿਣਾ ਹੈ, ਪੈਸਾ ਇੱਕ ਕਰਾਮਾਤ ਹੈ, ਸੁੱਟੋ ਪੈਸਾ ਜੋ ਮਰਜ਼ੀ ਖਰੀਦ ਲਓ। ਗੁਰੂ ਨਾਨਕ ਸਾਹਿਬ ਮਹਾਰਾਜ ਸੁਣੀ ਗਏ ਪਿਤਾ ਜੀ ਦੇ ਬਚਨ, ਉਹ ਹੁਣ ਦਿਲ ਤੋੜਨਾ ਨਹੀਂ ਚਾਹੁੰਦੇ, ਕਿਉਂਕਿ ਹੁਣ ਉਹ ਘਰ ਦੀਆਂ ਬਰੂਹਾਂ ਤੋਂ ਬਾਹਰ ਜਾਣਾ ਚਾਹੁੰਦੇ ਆ, ਪਿੰਡੋਂ ਬਾਹਰ ਨਿਕਲਣਾ ਚਾਹੁੰਦੇ ਆ, ਤੇ ਫਿਰ ਉਹਦੇ ਲਈ ਪੌੜੀ ਕੌਣ ਬਣੇਗਾ? ਪਿਤਾ ਜੀ ਬਣਨਗੇ। ਇੱਕ ਬਹਾਨਾ ਨਾ ਮਹਾਰਾਜ ਦਾ ਜਗ ਤਾਰਨ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਪਿਤਾ ਦੀ ਗੱਲ ਬੜੇ ਧਿਆਨ ਨਾਲ ਸੁਣ ਰਹੇ ਨੇ, ਪਤਾ ਨਹੀਂ ਹੁਣ ਇਹ ਪੈਸੇ ਕਮਾਉਣ ਲੱਗ ਜਾਣਾ, ਤੇ ਬਾਪੂ ਜੀ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸ਼ੁਕਰ ਹੈ ਅੱਜ ਤੇ ਕਮਾਈ ਦੀ ਗੱਲ ਸੁਣਦਾ ਹੈ, ਅੱਜ ਸੁਣੂਗਾ ਕੱਲ ਨੂੰ ਕੰਮ ਵੀ ਕਰੂਗਾ। ਪ੍ਰੀਤ ਚਿੰਤ ਮੇ ਸਾਨੀ ਬਾਨੀ, ਬੋਲਿਓ ਰੀਤ ਅਨੀਤ ਪਛਾਨੀ। ਕਹਿੰਦੇ ਪਿਤਾ ਜੀ ਨੇ ਬੜੇ ਮਿੱਠੇ ਮਿੱਠੇ ਬੋਲ ਬੋਲੇ, ਹੱਦਾਂ ਹੀ ਤੋੜਤੀਆਂ। ਕਹਿੰਦੇ ਪੁੱਤ ਤੂੰ ਮੈਨੂੰ ਜਾਨ ਤੋਂ ਵੱਧ ਕੇ ਪਿਆਰਾ ਹੈ। ਆ ਜਿਹੜੀਆਂ ਜਾਨ ਤੋਂ ਵੱਧ ਕੇ ਪਿਆਰੇ ਵਾਲੀਆਂ ਗੱਲਾਂ ਸੀ 5 ਮਿੰਟ ਹੀ ਹੋਈਆਂ ਨੇ, ਫਿਰ ਆਦਤਾਂ ਕਾਹਨੂੰ ਜਾਂਦੀਆਂ, ਆਖੋ ਸਤਿਨਾਮ। ਸਿੱਧੇ ਹੋ ਗਏ ਸਿੱਧੇ ਥੋੜੀ ਦੇਰ ਬਾਅਦ। ਕਹਿੰਦੇ ਪੁੱਤ ਜੇ ਨਹੀਂ ਕਮਾਏਗਾ ਸਾਡਾ ਕੀ ਜਾਊਗਾ, ਦੁੱਖ ਤੈਨੂੰ ਪੈਣੇ, ਤੇਰੇ ਨਾਲ ਕਿਸੇ ਨੇ ਨਹੀਂ ਖੜਨਾ, ਤੇਰਾ ਕੋਈ ਭਰਾ ਵੀ ਨਹੀਂ ਹੈ ਜੋ ਸਾਥੀ ਬਣ ਕੇ ਨਾਲ ਖੜ ਜੇ। ਸੁਤ ਨਾਨਕ ਤੂੰ ਏਕ ਹਮਾਰੇ, ਨਹਿ ਦੂਸਰ ਜੋ ਕਾਜ ਸੰਭਾਰੇ। ਪਿਤਾ ਕਲਿਆਣ ਚੰਦ ਕਹਿੰਦੇ ਪੁੱਤ ਇਹ ਦੱਸ ਤੂੰ ਸਾਡਾ ਇਕੱਲਾ ਇਕਲੌਤਾ ਹੀ ਪੋਤਾ? ਮਰਦ ਕਹਿੰਦੇ ਹਾਂਜੀ ਪਿਤਾ ਜੀ। ਬਾਪੂ ਜੀ ਨੂੰ ਹੋਰ ਖੁਸ਼ੀ ਹੋ ਗਈ ਵੀ ਸੁਣਦਾ ਗੱਲਾਂ ਧਿਆਨ ਨਾਲ, ਇਹ ਮੰਨੂਗਾ ਵੀ। ਕਹਿੰਦੇ ਪੁੱਤ ਇਹ ਦੱਸ ਜੇ ਅੱਜ ਮੈਂ ਅੱਖਾਂ ਵਿੱਚ ਤੇਰੀ ਮਾਤਾ ਚੜਾਈ ਕਰ ਦੇ, ਤੇਰਾ ਬਾਲੀ ਵਾਰਸ ਕੌਣ ਹੈ, ਕੌਣ ਤੇਰਾ ਸਾਥੀ ਹੈ? 4 ਪੈਸੇ ਤੇਰੀ ਜ਼ਿੰਦਗੀ ਦੇ ਵਿੱਚ ਹੋਣਗੇ, ਤੇਰੇ ਕੋਲ ਮਾਇਆ ਹੋਏਗੀ, ਬਿਨਾਂ ਬੁਲਾਏ ਵੀ ਦੁਨੀਆ ਤੇਰੀ ਰਿਸ਼ਤੇਦਾਰ ਹੋਏਗੀ, ਆਖੋ ਸਤਿਨਾਮ। ਲੋਕ ਪੈਸੇ ਨਾਲ ਵਰਤਦੇ ਆ, ਮਾਇਆ ਨਾਲ ਵਰਤਦੇ ਆ, ਬੰਦੇ ਦੀ ਕੋਈ ਔਕਾਤ ਤੇ ਕੋਈ ਹੈਸੀਅਤ ਨਹੀਂ। ਜੇ ਅੱਜ ਕਿਸੇ ਨੂੰ ਵੱਡਾ ਰੁਤਬਾ ਮਿਲਦਾ, ਪੈਸੇ ਦੇ ਕੇ ਮਿਲਦਾ, ਤੇ ਰੁਤਬੇ ਕਰਕੇ ਪੈਸੇ ਕਮਾਏ ਜਾਂਦੇ, ਲੋਕੀ ਤਾਂ ਹੀ ਭੱਜੇ ਫਿਰਦੇ ਆ। ਤੇ ਜਿਹਦੇ ਕੋਲ ਵੱਡਾ ਰੁਤਬਾ ਹੋਊ ਤੇ 20-50 ਲੱਖ ਕੋਈ ਲਾਉਣ ਨੂੰ ਵੀ ਫਿਰੂ, ਤੇ ਜੇ ਗਰੀਬ ਬੰਦਾ ਧਾਰਾ ਵੀ ਮੰਗ ਲੈਣਾ ਕਿਸੇ ਤੋਂ ਵੀ 50,000 ਹੀ ਦੇ ਦਿਓ, ਕਹਿੰਦਾ ਭਰਾ ਸਾਡੇ ਕੋਲ ਤੇ ਆਪ ਨੂੰ ਤੈਨੂੰ ਕਿੱਥੋਂ ਦੇ ਦਈਏ। ਮਾਇਆ ਨੂੰ ਮਾਇਆ ਖਿੱਚਦੀ ਹੈ। ਹੁਣ ਗੁਰੂ ਸਾਹਿਬ ਨੂੰ ਪਿਤਾ ਜੀ ਮਾਇਆ ਦੇ ਫਾਇਦੇ ਦੱਸਦੇ ਆ, ਕਹਿੰਦੇ ਪੁੱਤ ਸਾਡਾ ਕੀ ਪਤਾ, ਅਸੀਂ ਬਜ਼ੁਰਗ ਹੋਣੇ, ਕਦੋਂ ਤੱਕ ਕੰਮ ਕਰਨਾ ਹੈ, ਮੁੜ ਕੇ ਸਾਰੇ ਘਰ ਦੀ ਜ਼ਿੰਮੇਵਾਰੀ ਤੇਰੇ ਸਿਰ ਤੇ ਆਉਣੀ ਹੈ। ਤੁਮਨੇ ਤਜ ਦੀਨੋ ਅਸਰੀ ਤੋ, ਜਿਉ ਵਿਰਾਗ ਡਡ ਹੋਏ ਅਤੀਤੋ। ਪਰ ਪੁੱਤਰਾ ਤੂੰ ਤੇ ਘਰ ਬਾਰ ਏਦਾਂ ਛੱਡੀ ਫਿਰਦਾ ਜਿਵੇਂ ਤੇਰਾ ਕੋਈ ਹੋਰ ਵੀ ਭਰਾ ਹੋਵੇ ਤੇ ਤੇਰਾ ਸਾਧੂ ਬਣ ਕੇ ਫਕੀਰ ਬਣ ਕੇ ਕੰਮ ਚੱਲ ਜੂ।
ਏਦਾਂ नहीं चलना काम। देखो जी पहला गल की सी, प्यार तो वादे वादे जे मर्द हाँ जी कहन लग गए तो बापू जी अगे वध गए। सुभाविक गल है, किसी को भी दुनिया के विच उंगल फड़ाओ अगला बांह फड़दा फिर बांह वड्डण नूं जांदा है। ते महाराज सच्चे पातशाह बड़े हैरान भी पिता जी जे तुहाडी गल सुनी लई 5 मिनट ਇਹਦਾ मतलब ये तो नहीं भी तुसीं अपनियां मर्जियां मेरे ते थोपी जाओगे, पर अज गुरु साहब नहीं बोले क्योंकि माता जी भी सामने बैठे वो भी देख रहे आ, अंदरों बड़े खुश हन। करहूं ग्रस्त स्यों क्यों बन आवे, निसबासर बिन काम बितावे। सतगुਰਾਂ ਦੇ ਪਿਤਾ ਜੀ ਕਹਿੰਦੇ ਪੁੱਤ ਕੱਲ ਨੂੰ ਤੈਨੂੰ ਗ੍ਰਸਤੀ ਬਣਨਾ ਪੈਣਾ, ਤੇਰਾ ਵਿਆਹ ਹੋਊਗਾ, ਪਰਿਵਾਰ ਹੋਏਗਾ, ਬੱਚੇ ਹੋਣਗੇ, ਜੇ ਤੂੰ ਕਮਾਏਗਾ ਨਹੀਂ ਕੀ ਖਵਾਏਗਾ, ਕੀ ਕਰੇਗਾ। ਪਿਤਾ ਦੀ ਕਮਾਈ ਤੇ ਥੋੜਾ ਇੱਛਾ ਹੁੰਦੀਆਂ ਨੇ, ਪਿਤਾ ਦੀ ਕਮਾਈ ਤੇ ਥੋੜਾ ਜ਼ਿੰਦਗੀ ਚੱਲਦੀ ਹੈ। ਆਪ ਕਮਾਉਣਾ ਪੈਣਾ ਹੈ ਤਾਂ ਪੈਰਾਂ ਤੇ ਖੜਾ ਹੋਏਗਾ। ਵੇਖ ਮੈਂ ਤੇ ਆਪਣੀ ਕਮਾਲ ਲਈ ਹੰਡਾ ਲਈ, ਮੇਰੇ ਕੋਲ ਕੁਛ ਨਹੀਂ ਹੈ। ਜ਼ਿੰਦਗੀ ਦਾ ਕੀ ਪਤਾ ਕਦ ਤੁਰ ਜਾਣੀ, ਪਰ ਪੁੱਤ ਫਕੀਰ ਬਣ ਕੇ, ਸਾਧ ਬਣ ਕੇ, ਫੱਕਰ ਬਣ ਕੇ ਘਰ ਪਰਿਵਾਰ ਨਹੀਂ ਚੱਲਦੇ। ਮੁਝ ਜੀਵਤ ਜੇ ਲੀਤ ਸੰਭਾਰੀ, ਹੋ ਜਾਣਤ ਸੁਖ ਹੈ ਸੁਖਕਾਰੀ। ਪਰ ਪੁੱਤਰਾ ਜੇ ਮੇਰੇ ਜਿਉਂਦੇ ਜੀ ਘਰ ਦੀ ਜ਼ਿੰਮੇਵਾਰੀ ਸਾਂਭ ਲੈ ਕਿੰਨਾ ਚੰਗਾ ਹੈ। ਸਾਂਭਣੀ ਮਰ ਕੇ ਵੀ ਪੈਣੀ ਤੇ ਜਿੱਦਣ ਅਸੀਂ ਮਰ ਜਾਾਂਗੇ ਫੇਰ ਵੀ ਤੇ ਹਲ ਪੰਜਾਲੀ ਤੇਰੀ ਗੱਲ ਪੈਣੀ ਹੈ। ਜੇ ਸਾਡੇ ਹੁੰਦਿਆਂ ਸਾਂਭੇਗਾ ਸਾਡੀ ਰੂਹ ਨੂੰ ਸ਼ਾਂਤੀ ਦੀ ਹੋਊਗੀ, ਸੁਖੀ ਸੁਖੀ ਮਰਤੇ ਜਾਵਾਂਗੇ ਨਾ ਵੀ ਚਲੋ ਧੀ ਪੁੱਤ ਨੇ ਸਾਂਭਿਆ। ਇਹ ਕੀ ਹੈ, ਮੋਹ ਦੀਆਂ ਤੰਦਾਂ ਨੇ ਵੀ ਜਿੱਦਣ ਅਸੀਂ ਮਰ ਜਾਾਂਗੇ ਫਿਰ ਕਿਹੜਾ ਵੇਖਣ ਆਉਣਾ ਵੀ ਅਕਾਊਂਟ 'ਚ ਪੈਸੇ ਕਿੰਨੇ ਰਹਿ ਗਏ, ਵੀ ਕ੍ਰੈਡਿਟ ਕਾਰਡ ਚੱਲਦਾ ਕਿ ਨਹੀਂ ਚੱਲਦਾ, ਪੁੱਤ ਕੀ ਕਰਦਾ ਹੈ, ਕੋਈ ਨਹੀਂ ਪੁੱਛਦਾ। ਜਦ ਤੱਕ ਜ਼ਿੰਦਗੀ ਹੈ, ਜਦੋਂ ਤੱਕ ਜਾਨ ਹੈ, ਜਦੋਂ ਤੱਕ ਸਵਾਸ ਚੱਲਦੇ ਨੇ, ਬਸ ਉਦੋਂ ਤੱਕ ਜ਼ਿੰਦਗੀ ਜਿੰਦਾਬਾਦ ਹੈ। ਇਹਦਾ ਆਨੰਦ ਲਓ, ਹਰ ਪਲ ਜੀਓ। ਗੁਰੂ ਨਾਨਕ ਸਾਹਿਬ ਮਹਾਰਾਜ ਪਿਤਾ ਜੀ ਦੀਆਂ ਗੱਲਾਂ ਸੁਣ ਕੇ ਅੰਦਰੋਂ ਤੇ ਉਹਨਾਂ ਨੂੰ ਪਸੰਦ ਨਹੀਂ ਵੀ ਮਾਇਆ ਹੋਇਆ ਸਾਡੇ ਵੱਸ ਦਾ ਕੰਮ ਨਹੀਂ ਹੈ, ਪਰ ਹੁਣ ਮਾਇਆ ਕਰਕੇ ਕਾਰਜ ਰਸ ਹੋਣਾ। ਪਿਤਾ ਜੀ ਨੇ ਬੜੀਆਂ ਖੂਬੀਆਂ ਦਸੀਆਂ, ਬੜੇ ਫਾਇਦੇ ਦੱਸੇ, ਹਲਕਾ ਹਲਕਾ ਝਿੜਕਿਆ ਵੀ ਹੈ। ਤੁਝ ਜਨਮਤ ਮਨ ਭਾ ਪਰਵਾਸਾ, ਨਾਨਕ ਕਰ ਹੈ ਨਾਮ ਪ੍ਰਕਾਸ਼ਾ। ਇੰਨੀਆਂ ਗੱਲਾਂ ਕਹਿ ਕੇ ਬਾਪੂ ਜੀ ਰੋ ਪਏ, ਅੱਖਾਂ ਭਰ ਆਏ। ਸਤਿਗੁਰ ਕਹਿੰਦੇ ਪਿਤਾ ਜੀ ਕੀ ਹੋ ਗਿਆ? ਕਹਿੰਦੇ ਬਸ ਨਾ ਪੁੱਛ। ਉਹ ਫੇਰ ਪੁੱਛਦੇ ਆ, ਕਹਿੰਦੇ ਨਾ ਤੂੰ ਨਾ ਗੱਲ ਕਰ। ਤੀਜੀ ਵਾਰ ਵੇਖਿਆ ਵੀ ਜੇ ਇਹਨੇ ਹੁਣ ਨਾ ਹੀ ਪੁੱਛਿਆ ਹੈ ਤੇ ਫੱਕਰ ਹੀ ਨੇ। ਪਿਤਾ ਫੇਰ ਰੋਕੇ ਦੇ ਕਹਿਣ ਲੱਗਿਆ, ਪੁੱਤ ਜਿੱਦਣ ਤੂੰ ਜੰਮਿਆ ਸੀ ਮੈਂ ਬੜੀਆਂ ਆਸਾਂ ਲਾਈਆਂ ਸੀ ਵੀ ਚਲੋ ਮੇਰੇ ਘਰ ਦਾ ਮਾਲਕ ਆ ਗਿਆ, ਜ਼ਿੰਮੇਵਾਰੀ ਸੰਭਾਲੂਗਾ। ਬੜਾ ਕੁਝ ਸੋਚਿਆ ਸੀ, ਮੇਰਾ ਕੰਮ ਕਾਜ ਪਟਵਾਰ ਖਾਨਾ ਮੈਂ ਤੇਰੇ ਹਵਾਲੇ ਕਰ ਦਿਆਂਗਾ, ਬਹੁਤ ਕੁਝ ਤੈਨੂੰ ਦੇ ਦਿਆਂਗਾ। ਮੈਨੂੰ ਕੀ ਪਤਾ ਸੀ ਮੇਰੇ ਘਰ ਨਕੰਮਾ ਪੁੱਤ ਜੰਮੂਗਾ। ਸਤਿਨਾਮ ਲੈ ਇੱਜ਼ਤ ਕਰਦੇ ਕਰਦੇ ਦੂਜੇ ਪਾਸੇ ਹੋ ਗਈ। ਫਿਰ ਬਾਪੂ ਕੌਣ ਕਹੇ, ਪਿਓ ਤੇ ਪਿਓ ਹੀ ਹੈ। ਕੋਈ ਉਹਦਾ ਕੀ ਪਤਾ ਕਦੀ ਇੱਜ਼ਤ ਕਰਦਾ ਕਰਦਾ ਜੁੱਤੀ ਫੇਰਦੇ। ਕੀ ਹੁੰਦਾ ਹੀ ਇਹਦਾ। ਮਹਾਰਾਜ ਸੱਚੇ ਪਾਤਸ਼ਾਹ ਬੜੇ ਹੈਰਾਨ ਨੇ ਵੀ ਜੇ ਮੈਂ ਪਿਤਾ ਜੀ ਦੀ ਗੱਲ ਸੁਣ ਲਈ ਤੇ ਪਿਤਾ ਜੀ ਫਿਰ ਪਹਿਲੇ ਵਾਲੇ ਕੰਮਾਂ ਤੇ ਆ ਗਏ। ਕਹਿੰਦੇ ਪੁੱਤ ਤੇਰੇ ਜੰਮੇ ਦਾ ਤੇ ਲਾਭ ਮੈਨੂੰ ਹੋਵੇ ਨਾ, ਵੀ ਪੁੱਤ ਘਰੇ ਜੰਮਿਆ ਤੇ ਲੋਕ ਮੈਨੂੰ ਸ਼ਾਬਾਸ਼ ਦੇਣ ਵੀ ਤੇਰਾ ਕਮਾਊ ਪੁੱਤ ਹੈ। ਬਸ ਆਹ ਸ਼ਬਦ ਸੁਣਨ ਵਾਸਤੇ ਬੰਦਾ ਸਾਰੀ ਜ਼ਿੰਦਗੀ ਆਪਣੀ ਜ਼ਿੰਦਗੀ ਮਿੱਟੀ ਬਣਾ ਲੈਂਦਾ, ਪਰ ਕਈ ਵਾਰ ਨਹੀਂ ਸੁਣਦਾ। ਪਿਤਾ ਜੀ ਉਹ ਸੁਭਾਵਿਕ ਗੱਲਾਂ ਦੁਨਿਆਵੀ ਕਰਦੇ ਆ। ਕਹਿੰਦੇ ਪੁੱਤ ਜੇ ਤੂੰ ਕਮਾਉਂਦਾ ਹੋਵੇ ਮੈਨੂੰ ਸ਼ਾਬਾਸ਼ ਹੋਵੇ, ਮੈਨੂੰ ਦੁੱਖ ਲੱਗਦਾ ਲੋਕ ਕਹਿੰਦੇ ਤੂੰ ਤੇ ਪਟਵਾਰੀਆਂ ਐਡਾ ਵੱਡਾ ਤੇਰੇ ਕੋਲ ਕੰਮ ਕਾਜ ਹੈ, ਪੁੱਤ ਤੇਰਾ ਵਿਹਲੜ ਤੁਰਿਆ ਫਿਰਦਾ। ਉਹ ਤੇ ਫਕਰਾਂ ਸਾਧਾਂ ਕੋਲ ਬੈਠਾ ਹੁੰਦਾ ਹੈ। ਬੱਚੇ ਮੈਥੋਂ ਜਰਿਆ ਨਹੀਂ, ਮੈਥੋਂ ਇਹ ਸਭ ਸੁਣਿਆ ਜਾਂਦਾ ਨਹੀਂ। ਜ਼ਰਬ ਕਮਾਵਣ ਮੈਂ ਜਸ ਮੇਰੋ, ਜਨ ਹੈ ਸਭ ਪੁਰ ਮਾਹੀ ਕਨੇਰੋ। ਜਾ ਕੇ ਸਾਰੇ ਪਿੰਡ ਨੂੰ ਪੁੱਛ, ਇੱਕ ਦਿਨ ਵੀ ਮੈਂ ਘਰ ਵਿਹਲਾ ਨਹੀਂ ਬੈਠਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਮਾਉਣਾ ਕਿਹਦੇ ਵਾਸਤੇ? ਤੁਹਾਡੇ ਵਾਸਤੇ। ਪਰ ਪੁੱਤਰਾ ਪਿਤਾ ਦੀ ਕਮਾਈ ਤੇ ਐਸ਼ ਨਹੀਂ ਕਰੀਦੀ, ਪਿਤਾ ਦੀ ਕਮਾਈ ਤੇ ਬੇਪਰਵਾਹ ਨਹੀਂ ਹੋਈਦਾ। ਜਿੱਦਣ ਆਪ ਕਮਾਏਗਾ ਜ਼ਿੰਦਗੀ ਜਿਉਣ ਦਾ ਆਨੰਦ ਤੇ ਆਉਣਾ ਹੀ ਹੁੰਦਾ ਹੈ। ਗੁਰੂ ਸਾਹਿਬ ਸੁਣ ਕੇ ਨਾ ਦਰਵਾਜ਼ੇ ਵਾਲੇ ਪਾਸੇ ਵੇਖਣ ਲੱਗੇ ਵੀ ਮੈਂ ਤੇ ਜਾਣਾ ਸੀ। ਬਾਪੂ ਜੀ ਬਿਠਾ ਕੇ ਬਹਿ ਗਏ। ਮਰਦ ਕਹਿੰਦੇ ਚੰਗਾ ਪਿਤਾ ਜੀ ਫਿਰ ਬਾਕੀ ਗੱਲਾਂ ਬਾਅਦ। ਬਾਹ ਫੜ ਕੇ ਕਹਿੰਦੇ ਨਾ ਬੈਠ ਇੱਥੇ, ਮੈਂ ਗੱਲ ਕਰਨੀ ਉਹ ਤੇਰੇ ਨਾਲ ਹੈ। ਪੁੱਤ ਤੇਰੀਆਂ ਆਹੀ ਗੱਲਾਂ ਮੰਨੀਆਂ, ਤੂੰ ਕਦੇ ਵੀ ਆਪਣੇ ਪਿਤਾ ਦੀ ਗੱਲ ਧਿਆਨ ਨਾਲ ਸੁਣਦਾ ਨਹੀਂ। ਜਿਮ ਰੰਕਾ ਕੋ
इंद निहारे, देख सराहे सब नर नारी। ਹੁਣ ਪਿਤਾ ਜੀ ਨੇ ਜਿਹੜਾ ਪ੍ਰਮਾਣ ਦਿੱਤਾ ਸੀ ਉਹ ਗੁਰੂ ਸਾਹਿਬ ਨੂੰ ਫਿੱਟ ਜਾਣੀ ਆਇਆ। ਸੁਭਾਵਿਕ ਦੀ ਗੱਲ ਹੈ। ਕਹਿੰਦੇ ਪੁੱਤ ਮੇਰੀ ਤੇ ਇੰਨੀ ਇੱਜ਼ਤ ਹੈ ਇਲਾਕੇ 'ਚ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ। ਹੁਣ ਕੋਈ ਵੀ ਪੁੱਤ ਆਪਣੇ ਪਿਓ ਦੀ ਇੱਜ਼ਤ ਸੁਣ ਕੇ ਖੁਸ਼ ਹੁੰਦਾ, ਪਰ ਜਿਹੜੀ ਅਗਲੀ ਗੱਲ ਪਿਤਾ ਨੇ ਕਹਿਤੀ ਉਹ ਅੱਜ ਵੀ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ। ਉਹ ਸਤਿਗੁਰ ਸੀ ਜਿਹੜੇ ਚੁੱਪ ਰਹੇ। ਪਿਤਾ ਕਹਿੰਦਾ ਮੇਰੀ ਤੇ ਪੂਰਨਮਾਸ਼ੀ ਦੇ ਚੰਨ ਵਾਂਗ ਸ਼ੋਭ ਹੈ। ਹਰ ਬੰਦਾ ਕਹਿੰਦੇ ਵੇਖੋ ਜੇ ਕਮਾਉਣਾ ਤੇ ਕਲਿਆਣ ਚੰਦ ਵਾਂਗ ਕਮਾਓ, ਕਿੰਨੀ ਮਿਹਨਤ ਕਰਦੇ ਹਨ। ਰਾਹੋ ਸਸ ਤੂੰ ਭਾ ਘਰ ਮਾਹੀ, ਸਭ ਵਿਦ ਮੰਦ ਕਰਤ ਭਾਤਾਹੀ। ਹੁਣ ਜਦੋਂ ਆਪਣੀ ਤਾਰੀਫ ਕਰ ਲਈ, ਬਾਪੂ ਜੀ ਨੇ ਅਗਲਾ ਬਚਨ ਜਿਹੜਾ ਕਿਹਾ ਨਾ ਉਹ ਬੜਾ ਹੈਰਾਨੀ ਵਾਲਾ ਸੀ। ਕਹਿੰਦੇ ਪੁੱਤ ਮੈਂ ਤੇ ਪੂਰਨਮਾਸ਼ੀ ਦਾ ਚੰਦਰਮਾ, ਤੂੰ ਚੰਦ ਨੂੰ ਲੱਗਿਆ ਹੋਇਆ ਰਾਹੂ ਦਾ ਕਲੰਕ ਹੈ। ਆਖੋ ਸਤਿਨਾਮ। ਹੁਣ ਜਦੋਂ ਰਾਹੂ ਤੇ ਕੇਤੂ ਆ ਜੀ ਅੱਗੇ ਜੀ, ਇਹ ਸੁਭਾਵਿਕ ਗੱਲ ਹੈ, ਵਿਗਿਆਨਕ ਤੌਰ ਤੇ ਵੀ ਸਾਰਾ ਕੁਝ ਹੈਗਾ। ਕਹਿੰਦੇ ਫਿਰ ਉਹ ਕਲੰਕ ਜਿਹਾ ਲੱਗ ਜਾਂਦਾ, ਗ੍ਰਹਿਣ ਲੱਗ ਜਾਂਦਾ ਹੈ। ਤੇ ਬਾਪੂ ਜੀ ਨੇ ਜਿਹੜੀ ਗੱਲ ਕਹੀ, ਮਰਦ ਨੂੰ ਤਾਂ ਚਲੋ ਫਰਕ ਨਹੀਂ ਪਿਆ, ਪਰ ਮਾਤਾ ਤ੍ਰਿਪਤਾ ਜੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਵੀ ਆਪਣੀ ਤਾਰੀਫ ਕਰਦੇ ਕਰਦੇ ਤੂੰ ਪੁੱਤਰ ਨੂੰ ਕੀ ਕਹਿ ਦੇ। ਪਿਤਾ ਜੀ ਕਹਿੰਦੇ ਪੁੱਤ ਜਿੱਦਣ ਦਾ ਮੇਰੇ ਘਰ ਜੰਮਿਆ ਤੂੰ ਪੂਰਨਮਾਸ਼ੀ ਦੇ ਚੰਦ ਨੂੰ ਕਲੰਕ ਲੱਗੇ, ਇੱਕ ਪੈਸਾ ਵੀ ਅੱਜ ਤੱਕ ਕਮਾ ਕੇ ਲੈ ਕੇ ਆਇਆ ਨਹੀਂ। ਏਕ ਨ ਮਤ ਮਨ ਬਨਜ ਕਰਨ ਕੀ, ਬੋਹਰ ਨ ਖਤਰੀ ਰੀਤ ਬਰਨ ਕੀ। ਖੱਤਰੀਆਂ ਦੇ ਘਰੇ ਜੰਮੇ ਆ, ਤੈਨੂੰ ਵਪਾਰ ਤੇ ਕਰਨਾ ਨਹੀਂ ਆਉਂਦਾ। ਤਕਰੀਬਨ ਖੱਤਰੀਆਂ ਦੇ ਬਹੁਤ ਵੱਡੇ ਵੱਡੇ ਬਣਜ ਵਪਾਰ ਹੁੰਦੇ ਆ, ਬਿਜ਼ਨਸਮੈਨ ਹੁੰਦੇ ਆ। ਕਹਿੰਦੇ ਪੁੱਤ ਦੱਸ ਤੈਨੂੰ ਨਾ ਗਿਣਤੀ ਆਵੇ, ਨਾ ਤੈਨੂੰ ਹਿਸਾਬ ਕਿਤਾਬ ਆਵੇ, ਨਾ ਤੈਨੂੰ ਕਮਾਉਣ ਦੀ ਕਿਤੇ ਚੱਸ ਹੈ, ਕੀ ਕਰਾਂ ਮੈਂ ਤੇਰਾ। ਜਿਹੜੇ ਮਰਦੀ ਬੇਦੀ ਦੇ ਘਰ ਖੱਤਰੀ ਦੇ ਘਰ ਜਾ ਕੇ ਵੇਖ ਧੀ ਪੁੱਤ ਕਿਵੇਂ ਕਮਾਉਂਦੇ ਨੇ। ਹਾਰਿਓ ਅਨਕ ਬਿਦਨ ਮਤ ਦੇਤੋ, ਕਵੇ ਕਮਾਈ ਨਾ ਲਿਆਏ ਨ ਕੀਤੋ। ਇੰਨੇ ਵਚਨ ਕਹਿੰਦੇ ਸਤਿਗੁਰਾਂ ਦੇ ਪਿਤਾ ਜੀ ਗੁੱਸੇ 'ਚ ਆ ਗਏ, ਕੰਟਰੋਲ ਨਹੀਂ ਕਰ ਸਕੇ। ਕਹਿੰਦੇ ਮੈਂ ਤੇ ਹਾਰ ਗਿਆ, ਤੈਨੂੰ ਸਮਝਾ ਕੇ ਹੁਣ ਨਹੀਂ ਕਹਿੰਦਾ। ਇਹ ਬੜੀ ਵੱਡੀ ਪ੍ਰੋਬਲਮ ਆਪਣੀਆਂ ਫੈਮਲੀਆਂ ਦੀ। ਬੜੀ ਵਾਰ ਕਹੀਦਾ ਮਾਂ-ਬਾਪ ਕੱਢ ਕੇ ਨਾ ਸਾਰੀਆਂ ਗਾਲਾਂ ਗੁਲਾਂ ਸਾਨੂੰ ਆਪਾਂ ਸਾਰੇ ਨਿੱਦੇ ਕਰਦੇ, ਵੱਧ ਘੱਟ ਬੋਲ ਕੇ ਪਤਾ ਕੀ ਕਹਿਣਗੇ, ਅੱਜ ਤੋਂ ਬਾਅਦ ਨਹੀਂ ਤੈਨੂੰ ਕੁਛ ਕਹਿਣਾ, ਅਸੀਂ ਤੈਥੋਂ ਕੀ ਲੈਣਾ। ਦੂਜੇ ਦਿਨ ਫੇਰ ਉਹੀ ਟੈਂਡਾ ਸ਼ੁਰੂ ਹੋਈ ਹੁੰਦੀ ਹੈ, ਤੂੰ ਐਂ ਕਰ ਲਾ, ਤੂੰ ਪੜ੍ਹਦਾ ਨਹੀਂ, ਤੂੰ ਲਿਖਦਾ ਨਹੀਂ, ਤੂੰ ਉਹ ਨਹੀਂ ਕਰਦਾ। ਨਾਲੇ ਕਹਿ ਦੇਣਗੇ ਅਸੀਂ ਕੀ ਲੈਣਾ ਹੈ, ਅੱਖਾਂ ਦੁਖਣਗੀਆਂ, ਪੱਟੀ ਬੰਨੇਗਾ, ਫਿਰ ਸਮਝ ਆ ਜੂਗੀ ਜਿੱਦਣ ਤੇਰੇ ਮੋਢਿਆਂ ਤੇ ਜ਼ਿੰਮੇਵਾਰੀ। ਦੂਜੇ ਦਿਨ ਠਾ ਕੇ ਫੇਰ ਕਹਿੰਦੇ ਓਏ ਕੰਮ ਕਰੀ ਜਾਂਦਾ। ਗੁਰੂ ਸਾਹਿਬ ਨੂੰ ਪਿਤਾ ਜੀ ਕਹਿੰਦੇ ਚੱਲ ਮੈਨੂੰ ਕੀ ਆ, ਮੈਂ ਤੇ ਹਾਰ ਗਿਆ, ਮੈਂ ਥੱਕ ਗਿਆ, ਮੈਂ ਤਾਂ ਨਹੀਂ ਤੈਨੂੰ ਕੰਮ ਕਹਿੰਦਾ। ਹੁਣ ਇਹ ਕਿਉਂ ਹੈ? ਇਹ ਇਮੋਸ਼ਨਲੀ ਬਲੈਕਮੇਲਿੰਗ ਹੈ ਵੀ ਜਦ ਮੈਂ ਕਹਿਣਾ ਪੁੱਤ ਮੈਂ ਕੰਮ ਨਹੀਂ ਕਹਿਣਾ, ਤੇ ਪੁੱਤ ਨੇ ਹੱਥ ਜੋੜ ਕੇ ਕਹਿਣਾ ਨਾ ਬਾਪੂ ਜੀ ਇਦਾਂ ਨਾ ਕਹੋ, ਤੁਸੀਂ ਜੋ ਕਹੋਗੇ ਮੈਂ ਕਰੂੰਗਾ। ਪਰ ਬਾਪੂ ਨੂੰ ਕੀ ਪਤਾ ਸੀ ਵੀ ਪੁੱਤ ਮੰਨਣ ਵਾਲਾ ਹੈ ਕੋਈ, ਉਹ ਕਰੂਗਾ ਮਿੰਨਤਾਂ। ਪਿਤਾ ਜੀ ਇੰਨੇ ਬਚਨ ਕਹਿ ਕੇ ਨਾ ਵਿਹੜੇ 'ਚ ਸੈਰ ਕਰਨ ਲੱਗੇ, ਟਹਿਲਣ ਲੱਗੇ ਹੱਥ ਪਿੱਛੇ ਕਰਕੇ। ਗੁੱਸੇ ਦੇ ਵਿੱਚ ਫੇਰ ਬੁਰਾ ਭਲਾ ਕਹਿਣ ਲੱਗ ਪਏ। ਜਨਕ ਬਚਨ ਤੂਸ਼ਨ ਕਰ ਸੁਣੀਆਂ, ਜਿਉ ਅਡੋਲ ਬੈਠੇ ਵੱਡ ਮੁਨੀਆਂ। ਹੁਣ ਜਿਸ ਵੇਲੇ ਪਿਤਾ ਜੀ ਘਰ ਦੇ ਵਿੱਚ ਟਹਿਲਦੇ ਆ, ਉੱਚੀ ਉੱਚੀ ਬੋਲਦੇ ਆ, ਗੁੱਸੇ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਪੈਰ ਲਟਕਾ ਕੇ ਬੈਠੇ ਸੀ, ਮੁੜ ਕੇ ਨਾ ਇਦਾਂ ਚੌਂਕੜਾ ਮਾਰ ਕੇ ਮੰਜੇ ਤੇ ਬਹਿ ਗਏ ਜਿੱਦਾਂ ਸਾਧੂ ਬੈਠੇ ਹੁੰਦੇ ਵੀ ਬਾਪੂ ਬੋਲੀ ਜਾ ਸਤਿਨਾਮ, ਕੋਈ ਫਰਕ ਨਹੀਂ। ਉਹ ਬਿਰਤੀ ਫਕੀਰਾਂ ਵਾਲੀ ਹੈ। ਕਹਿੰਦੇ ਜਦੋਂ ਅੱਧਾ ਕੁ ਘੰਟਾ ਬਤੀਤ ਹੋ ਗਿਆ, ਹੁਣ ਬਾਪੂ ਜੀ ਦੀਆਂ ਗੱਲਾਂ ਮੁੱਕ ਗਈਆਂ, ਕਿੰਨੀ ਕੁ ਵਾਰ ਰਿਪੀਟ ਕਰ ਲੈਣਗੇ, ਕਿੰਨੀ ਕੁ ਵਾਰ ਬੋਲ ਲੈਣਗੇ। ਕਹਿੰਦੇ ਆਪਾਂ ਕਹਿਣਾ ਛੱਡੇ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਪਿਤਾ ਅੰਦਰ ਰੋਸਾ ਬਹੁਤ ਜ਼ਿਆਦਾ ਹੈ, ਅੱਜ ਦਾ ਨਹੀਂ ਬੜੇ ਲੰਮੇ ਸਮੇਂ ਦਾ ਹੈ। ਇੱਕੋ ਹੀ ਉਲਾਂਭਾ ਦਿੰਦੇ, ਤੂੰ ਕੰਮ ਨਹੀਂ ਕਰ ਸਕਦਾ, ਤੂੰ ਕਮਾ ਨਹੀਂ ਸਕਦਾ, ਤੈਨੂੰ ਕਦੇ ਅਕਲ ਨਹੀਂ ਆਉਣੀ। ਬਹੁ ਵਿਦ ਕੀ ਕਰ ਗਿਰਾ ਕਠੋਰਾ, ਤੂਸ਼ਨ ਭਾ ਜਿਸ ਰੋਸ ਨਾ ਬੋਰਾ। ਹੁਣ ਮਰਦ ਨੇ ਤੇ ਰੋਸ ਕੋਈ ਨਹੀਂ ਕੀਤਾ, ਬਾਪੂ ਜੀ ਨਾ ਬਹੁਤਾ ਬੋਲ ਕੇ ਨੇੜੇ ਆ ਗਏ। ਕਹਿੰਦੇ ਆਓ ਡੁੱਲ ਬੱਟਾ ਬਣ ਕੇ ਬਹਿ ਗਿਆ, ਤੈਨੂੰ ਤੇ ਅਸਰ ਹੀ ਕੋਈ ਨਹੀਂ, ਜਿੰਨਾ ਮਰਜ਼ੀ ਬੋਲ ਲੋ। ਇਹ ਸੁਭਾਵਿਕ ਹੁੰਦਾ ਹੈ। ਮਾਂ-ਬਾਪ ਗਾਲਾਂ ਗੋਲਾਂ ਜੇ ਕੱਢ ਕੇ ਨਾ, ਜੇ ਧੀ ਪੁੱਤ ਕਿਤੇ ਦੂਜੇ ਪਾਸੇ ਕਮਰੇ 'ਚ ਜਾ ਪੈਂਦਾ, ਉੱਥੇ ਆ ਜਾਣਗੇ। ਅੱਧਾ ਕੁ ਟਾਈਮ ਪਾਸ ਉੱਥੇ ਕਰਾਉਂਦੇ ਨੇ। ਆਖੋ ਸਤਿਨਾਮ। ਵੀ ਤੂੰ ਘਰੇ ਬੋਲ ਨਾ ਹੋਣੀ। ਗੁਰੂ ਸਾਹਿਬ ਚੁੱਪ ਦੇ ਪੀਤੇ ਬੈਠੇ, ਬਾਪੂ ਜੀ ਫੇਰ ਆ ਕੇ ਕੋਲੇ ਹੁੱਜਾ ਮਾਰ ਕੇ ਕਹਿੰਦੇ ਸਿੱਖ ਲਾ ਕੁਛ, ਕੰਮ ਕਰ ਲੈ, ਕੋਈ ਤੇਰਾ ਰਿਸ਼ਤਾ ਨਹੀਂ ਕਿਤੇ ਹੋਣਾ, ਵਿਆਹਿਆ ਨਹੀਂ ਜਾਣਾ ਤੂੰ। ਗੁਰੂ ਸਾਹਿਬ
ਭਾਈ ਬਾਲਾ ਜੀ ਦੱਸਦੇ ਕਹਿੰਦੇ ਮੈਂ ਇਹ ਸਭ ਕੁਝ ਅੱਖੀਂ ਵੇਖਿਆ। ਜਦ ਕਹਿੰਦੇ ਆਪਾਂ ਅੰਦਰ ਆਏ ਸਰੋਪਾ ਆਪਾਂ ਨੂੰ ਵੀ ਪੈ ਗਿਆ। ਆਖੋ ਸਤਿਨਾਮ। ਕਹਿੰਦੇ ਆ ਵੇਖ ਬਾਪੂ ਨਾਲ ਕੰਮ ਵੀ ਕਰਦਾ ਤੇ ਤੈਨੂੰ ਕੰਮ ਕਰਨ ਨਹੀਂ ਦਿੰਦਾ। ਲੈ ਦੱਸੋ ਉਹਨਾਂ ਦਾ ਕੀ ਕਸੂਰ ਸੀ? ਅੱਗੇ ਨਾ ਭਾਈਚਾਰਾ ਇਦਾਂ ਹੁੰਦਾ ਸੀ, ਜੇ ਇੱਕ ਨੂੰ ਝਿੜਕਾਂ ਪੈਂਦੀਆਂ ਸੀ ਉਹ ਦੋਸਤਾਂ ਮਿੱਤਰਾਂ ਨੂੰ ਵੰਡੀਆਂ ਜਾਂਦੇ ਸੀ। ਹੁਣ ਤੇ ਲੈ ਸਕੂਲ ਵਾਲਾ ਥੱਪੜ ਮਾਰ ਕੇ ਵੇਖ ਲੈ, ਜੇ ਉਸੇ ਵੇਲੇ ਪੁੱਛਾਂ ਨਾ ਜਗਾ ਸਮਝਦੇ ਹੋ ਨਾ ਗੱਲ ਕਿੱਥੇ ਖੜੀ ਆ, ਹੁਣ ਜ਼ਮਾਨਾ ਕਿੱਥੇ, ਲੋਕ ਵਿਗੜੇ ਹੀ ਤਾਂ। ਭਾਈ ਬਾਲਾ ਜੀ ਕਹਿੰਦੇ ਮੇਰੀ ਅਜੇ ਐਂਟਰੀ ਹੋਈ, ਮੈਂ ਘਰੇ ਵੜਿਆ, ਕਹਿੰਦੇ ਦੇਖ ਆਪਣੇ ਘਰ ਦੇ ਕੰਮ ਨਿਬੇੜ ਕੇ ਆ ਗਿਆ, ਹੁਣ ਮੇਰੇ ਪੁੱਤ ਨੂੰ ਲੈ ਕੇ ਗਲੀ ਗਲੀ ਫਿਰੂ। ਭਾਈ ਬਾਲਾ ਜੀ ਕਹਿੰਦੇ ਮੈਂ ਨਾ ਹੁਣ ਅੰਦਰ ਜਾਣ ਜੋਗਾ ਤੇ ਨਾ ਬਾਹਰ ਜਾਣ ਜੋਗਾ। ਤੇ ਗੁਰੂ ਸਾਹਿਬ ਤਿਆਰ ਹੋਏ ਸੀ, ਅਸੀਂ ਤੇ ਜਾਣਾ ਸੀ ਘੁੰਮਣ ਵਾਸਤੇ। ਕਹਿੰਦੇ ਆਪ ਕੰਮ ਕਰਕੇ ਆ ਗਿਆ, ਕਰਦੇ ਸਾਰੇ ਆਪਣੇ ਬਾਪੂ ਨਾਲ ਖੇਤੀ ਵੀ ਕਰਾਉਂਦਾ ਇਹ, ਪਰ ਤੈਨੂੰ ਇਹਨੇ ਕਦੇ ਕਿਹਾ ਵੀ ਤੂੰ ਆਪਣੇ ਪਿਤਾ ਨਾਲ ਖੇਤੀ ਕਰਿਆ ਕਰ। ਇਹਨਾਂ ਲੋਕਾਂ ਨੇ ਤੈਨੂੰ ਬੁਲਾਣੇ। ਭਾਈ ਬਾਲਾ ਜੀ ਕਹਿੰਦੇ ਆਪਾਂ ਤਾਂ ਫਿਰ ਪਿਛਲੇ ਪੈਰ ਹੀ ਆ ਗਏ ਵੀ ਉਪਦੇਸ਼ ਬੜਾ ਹੋ ਗਿਆ। ਘਟਕਾ ਜੁਗਲ ਬਤੀਤੀ ਜਬ ਹੀ ਤਖਤ ਦਾ ਸੀਤਲ ਪਾਟਬ ਹੀ। ਜਦੋਂ 23 ਮਿੰਟ ਬਤੀਤ ਹੋਏ, ਇੱਕ ਘੜੀ, ਗੁਰੂ ਨਾਨਕ ਸਾਹਿਬ ਬਾਦ ਨੂੰ ਨਾ ਫਿਰ ਤਰਸ ਆ ਗਿਆ ਵੀ ਚੱਲ ਇੱਕ ਅੱਧੀ ਵਾਰ ਤੇ ਬਾਪੂ ਨੂੰ ਸੁੱਖ ਦੇਣਾ ਚਾਹੀਦਾ। ਐਵੇਂ ਦਿਨ ਰਾਤ ਤੜਫਦਾ ਹੈ, ਗੁੱਸਾ ਤੇ ਭੱਠੀ ਹੈ ਇੱਕ। ਗੁੱਸਾ ਕਰਨ ਵਾਲੇ ਦਾ ਆਪਣਾ ਨੁਕਸਾਨ ਹੁੰਦਾ, ਕਿਸੇ ਦਾ ਕੀ ਜਾਂਦਾ। ਤੁਸੀਂ ਗੁੱਸਾ ਪੀ ਵੀ ਲਓ, ਕੱਢ ਵੀ ਲਓ, ਪਛਤਾਓਗੇ ਬਾਅਦ ਚੋਂ ਬੈਠੇ, ਬੀਪੀ ਹਾਈ ਲੋ ਹੋ ਜਾਣਾ, ਪਰੇਸ਼ਾਨੀਆਂ ਗਲੀਆਂ ਨੇ। ਕਹਿੰਦੇ ਜਦੋਂ ਪਿਤਾ ਜੀ ਨਾ ਕਲਪ ਕੁਲਪ ਕੇ ਤੜਪ ਕੇ ਜੇ ਬਹਿ ਗਏ, ਪਲੰਗੇ ਤੇ ਬਹਿ ਗਏ, ਤੇ ਜਦੋਂ ਆ ਕੇ ਪਲੰਗੇ ਤੇ ਬੈਠੇ ਮਰਦ ਪਲੰਗੇ ਤੋਂ ਉੱਠ ਗਏ, ਵੇਖਿਆ ਵੀ ਬਾਪੂ ਨੂੰ ਗੁੱਸਾ ਹੋ ਰਿਹਾ। ਅੱਜ ਦਾ ਨਹੀਂ, ਲੰਮੇ ਸਮੇਂ ਦਾ ਗੁੱਸਾ ਹੈ। ਗੁੱਸਾ ਵੀ ਸੱਚਾਈ। ਬਹੋਰੋ ਬੋਲੇ ਬੋਲ ਅਮੋਲਾ ਜਨ ਕਾਲੂ ਸੁਖ ਕੁਲ ਪੈ ਖੋਲਾ। ਜਦੋਂ ਪਿਤਾ ਜੀ ਬਹੁਤ ਪਰੇਸ਼ਾਨ ਨੇ, ਸਤਿਗੁਰਾਂ ਦੇ ਮਾਤਾ ਜੀ ਪਾਣੀ ਲੈ ਕੇ ਆਏ, ਕਹਿੰਦੇ ਪਾਣੀ ਪੀਣਾ ਕੀਤਾ। ਗੁਰੂ ਸਾਹਿਬ ਕੋਲ ਆਏ ਹੱਥ ਜੋੜ ਕੇ, ਬੜੇ ਮਿੱਠੇ ਸ਼ਬਦ ਕਹਿੰਦੇ ਪਿਤਾ ਜੀ, ਜਦ ਕਹਿੰਦੇ ਆ ਜੀ ਵਾਲਾ ਸ਼ਬਦ ਪਿਤਾ ਜੀ ਆਖਿਆ, ਪਿਤਾ ਜੀ ਦਾ ਗੁੱਸਾ ਹੋ ਗਿਆ। ਕਹਿੰਦੇ ਸ਼ੁਕਰ ਹੈ, ਮਨ ਹੀ ਮਨ ਸੋਚਦੇ ਆ ਵੀ ਲੱਗਦਾ ਅਸਰ ਹੋ ਗਿਆ। ਸਤਿਨਾਮ। ਹਜੇ ਵੀ ਬਿਰਤੀ ਇੱਥੇ ਖੜੀ ਹੈ ਵੀ ਮੇਰੇ ਝਿੜਕੇ ਹੋਏ ਦਾ ਅਸਰ ਮੇਰੇ ਪੁੱਤ ਦੇ ਹੋ ਗਿਆ, ਕੰਮਕਾਰ ਕਰੂਗਾ। ਬਖਸ਼ ਖਤਾ ਪਿਤ ਪਾਛਲ ਕੀਰੀ ਨਹੀਂ ਬਿਗਾਰੋਂ ਕਾਰਜ ਫੇਰੀ। ਪਿਤਾ ਜੀ ਬੈਠੇ ਆ ਚਰਨ ਲਟਕਾ ਕੇ, ਗੁਰੂ ਸਾਹਿਬ ਸਾਹਮਣੇ ਆ ਗਏ, ਚੋਜ ਵਰਤਾਉਣ ਲੱਗੇ ਮੇਰੇ ਚੋਜੀ ਪ੍ਰੀਤਮ। ਹੱਥ ਜੋੜ ਗੋਡੇ ਮੁੱਦੇ ਮਾਰ ਪਿਤਾ ਦੇ ਸਾਹਮਣੇ, ਦੋਨੇ ਕੰਨੀ ਹੱਥ ਲਾ ਕੇ ਕਹਿੰਦੇ ਬਾਪੂ ਜੀ ਮਾਫ ਕਰਿਓ, ਮੈਂ ਬੜੀਆਂ ਗਲਤੀਆਂ ਕੀਤੀਆਂ ਨੇ, ਬਹੁਤ ਗਲਤੀਆਂ। ਹੁਣ ਪਿਤਾ ਜੀ ਇਹੀ ਤੇ ਸੁਣਨਾ ਚਾਹੁੰਦੇ ਆ ਵੀ ਪੁੱਤ ਕਹੇ ਮੈਂ ਗਲਤੀਆਂ ਕੀਤੀਆਂ। ਕਿਤੇ ਨਾ ਕਿਤੇ ਈਗੋ ਖੜੀ ਹੈ ਨਾ ਪਿੱਛੇ, ਉਸ ਗੁੱਸੇ ਦੇ ਪਿੱਛੇ, ਕ੍ਰੋਧ ਦੇ ਪਿੱਛੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਿਤਾ ਜੀ ਮੈਥੋਂ ਗਲਤੀ ਹੋ ਗਈ, ਜਿੱਦਣ ਦਾ ਮੈਂ ਜੰਮਿਆ ਮੈਨੂੰ ਪਤਾ ਮੈਂ ਤੇ ਤੁਹਾਡਾ ਕੰਮ ਸਵਾਰਿਆ ਹੀ ਕੋਈ ਨਹੀਂ। ਆਖੋ ਸਤਿਨਾਮ। ਹੁਣ ਪਿਤਾ ਜੀ ਦੀ ਬੋਲੀ ਜਦੋਂ ਗੁਰੂ ਸਾਹਿਬ ਨੇ ਬੋਲੀ, ਕਿੰਨੇ ਖੁਸ਼ ਹੋਏ ਹੋਣਗੇ ਵੀ ਮੰਨ ਗਿਆ ਗਲਤੀ। ਤਕਰੀਬਨ ਦੁਨੀਆ ਦੇ ਵਿੱਚ ਇਹੀ ਹੁੰਦਾ, ਹਰ ਬੰਦਾ ਵੀ ਮੈਂ ਚੰਗਾ ਇਹ ਮਾੜਾ ਮੰਨ ਜੇ ਤੇ ਬੜੀ ਗੱਲ ਹੈ। ਗੁਰੂ ਸਾਹਿਬ ਸਾਹਮਣੇ ਆ ਕੇ ਹੱਥ ਜੋੜ ਕੇ ਕਹਿੰਦੇ ਪਿਤਾ ਜੀ ਮੈਂ ਤੁਹਾਡਾ ਬੜਾ ਦਿਲ ਦੁਖਾਇਆ, ਹੋ ਸਕਿਆ ਮੈਨੂੰ ਮਾਫ ਕਰਿਓ। ਜਿਉ ਰਾਵਰ ਕੀ ਹੋਏ ਰਜਾਈ ਤਿਉ ਮੈਂ ਕਰਹੂੰ ਪ੍ਰੀਤ ਲਗਾਈ। ਤੇ ਪਿਤਾ ਜੀ ਕਹਿੰਦੇ ਓਏ ਅੱਖਾਂ ਤੋਂ ਪਰੇ ਹੋ ਜਾ, ਕੋਈ ਅੱਜ ਕੱਲ ਵਾਲਾ ਬਾਪੂ ਨਹੀਂ ਹੈ ਵੀ ਬਲੈਕਮੇਲ ਹੋ। ਗੁਰੂ ਸਾਹਿਬ ਨੇ ਬੜੇ ਪਿਆਰ ਵਿੱਚ ਆਖਿਆ ਬਾਪੂ ਜੀ ਮਾਫੀ ਦਿਓ। ਕਹਿੰਦਾ ਪਰਾਂ ਹੋ ਜਾ, ਮਾਫੀ ਦੇ ਲਾਇਕ ਨਹੀਂ ਤੂੰ, ਮੈਨੂੰ ਸੁੱਖ ਕਿਹੜਾ ਦਿੰਦਾ ਹੈ। ਅੱਗੇ ਬਾਅਦ ਪਤਾ ਕੀ ਕਹਿੰਦੇ ਬਾਪੂ ਜੀ ਅੱਜ ਤੋਂ ਬਾਅਦ ਹਰ ਗੱਲ ਤੁਹਾਡੀ ਮੰਨਾਂਗੇ। ਆਖੋ ਸਤਿਨਾਮ। ਤੁਸੀਂ ਜੋ ਕਹੋਗੇ ਨਾ ਮੈਂ ਕਦੇ ਇਨਕਾਰ ਨਹੀਂ ਕਰਦਾ। ਗੁਰੂ ਨਾਨਕ ਸਾਹਿਬ ਦੇ ਬੋਲ ਕਹਿੰਦੇ ਇਹਨਾਂ ਚੀਜ਼ਾਂ ਨੇ ਪਿਤਾ ਜੀ ਦਾ ਮਨ ਇੱਕਦਮ ਮੋਹ ਲਿਆ। ਇਹ ਮਰਦ ਨੇ ਮੋਹ ਦੀ ਖੇਡ ਬਤਾਈ ਹੈ, ਪਿਤਾ ਜੀ ਤੇ ਮੋਹ ਦੀ ਤੰਦ ਪਾਈ ਹੈ ਨਾ, ਭਰਮ ਦਾ ਪਰਦਾ ਪਾਇਆ ਹੋਇਆ ਹੈ। ਤੇ ਜਿਹੜੇ ਬਚਨ ਪਿਤਾ ਜੀ ਸੁਣਨਾ ਚਾਹੁੰਦੇ ਸੀ ਮਰਦ ਨੇ ਉਹੀ ਸੁਣਾਤੇ, ਖੁਸ਼ ਹੋ ਗਏ, ਬੜੇ ਖੁਸ਼ ਹੋਏ। ਮਰਦ ਕਹਿੰਦੇ ਪਿਤਾ ਜੀ ਤੁਸੀਂ ਜੋ ਕਹੋਗੇ, ਜਿੱਥੇ ਜਿੱਥੇ ਜਾਣ ਨੂੰ ਕਹੋਗੇ ਮੈਂ ਜਾਵਾਂਗਾ, ਜਿੱਥੇ ਰੋਕੋਗੇ ਅਸੀਂ ਕਦੇ ਨਹੀਂ ਜਾਵਾਂਗੇ। ਅਚੋਟੇ ਕਰਨ ਕੇ ਮੋਕੋ ਜੋ
अब कहिए करहूं मैं सो। जो तुसी कहोगे पिता जी मैं ਉਹੀ ਕਰਾਂਗਾ, जोग समझ के हुक्म करो मैनू की करना चाहिए। हाथ जोड़ के बापू जी का ते सीना चौड़ा हो गया मान नाल भी लै हुण आऊगी इहनूं बिजनेस करन दी है, ਇਹ हुण करूं कोई काम वधिया। खुश हो गए मन च, कहंदे पुੱਤ सच बोलदा है। मर जा सके कहंदे पिता जी तुहाडे सामने मैं झूठ बोल सकदा, ਤੁਹਾਡਾ ਹਰ ਵਚਨ ਸਿਰ ਮੱਥੇ ਮੰਨਾਗਾ। ਦੁਲ ਮਦਰ ਨਮੀ ਸੁਨ ਬਾਨੀ ਭੀ ਕਾਲੂ ਕੇ ਮਨ ਸੁਖ ਦਾਨੀ। ਕਹਿੰਦੇ ਪਿਤਾ ਜਿਹੜੇ ਤੜਫੇ ਹੋਏ ਸੀ ਗੁੱਸੇ ਦੇ ਵਿੱਚ ਪੁੱਤਰ ਦੇ ਮਿੱਠੇ ਮਿੱਠੇ ਬੋਲ ਮਤਲਬ ਦੇ ਸੁਣ ਕੇ ਇੰਨੇ ਖੁਸ਼ ਹੋ ਗਏ। ਕਹਿੰਦੇ ਸਤਿਗੁਰਾਂ ਦੇ ਸਿਰ ਤੇ ਹੱਥ ਰੱਖਤਾ, ਕਹਿੰਦੇ ਪੁੱਤ ਜੁਗ ਜੁਗ ਜੀ ਆਖੋ ਸਤਿਨਾਮ। 5 ਮਿੰਟ ਪਹਿਲਾਂ ਕੀ ਕਹਿੰਦੇ ਸੀ? ਕਹਿੰਦੇ ਤੂੰ ਰਾਹੋਗੇ ਤੂੰ ਜੰਮਿਆ ਪਿਓ, ਤੂੰ ਤੇ ਸਾਡੇ ਘਰ ਦੀ ਸਾਰੀ ਸ਼ੋਭਾ ਖਰਾਬ ਕਰਕੇ ਰੱਖਤੀ। ਹਰ ਕੋਈ ਕਹਿੰਦਾ ਹੈ ਕਲਿਆਣ ਚੰਦ ਦਾ ਪੁੱਤ ਵਿਹਲੜ ਹੈ, ਕਿਸੇ ਕੰਮ ਦਾ ਨਹੀਂ, ਪਰ ਗੁਰੂ ਸਾਹਿਬ ਨੇ ਸਭ ਕੁਝ ਸੁਣਿਆ, ਸਭ ਕੁਝ ਜਾਇਆ, ਇੱਕ ਸ਼ਬਦ ਵੀ ਅੱਗੋਂ ਫੀਕਾ ਬੋਲਿਆ ਨਾ। ਜਾਣ ਆਪਣੇ ਸੁਤੋਂ ਸਾਰੇ ਧਨ ਖਾਟਣ ਕੀ ਗਿਰਾ ਉਚਾਰੇ। ਜਦੋਂ ਪਿਤਾ ਨੇ ਵੇਖਿਆ ਵੀ ਹੁਣ ਮੌਕਾ ਏ, ਜਿਵੇਂ ਸਿਆਣੇ ਕਹਿੰਦੇ ਆ ਵੀ ਲੋਹਾ ਗਰਮ ਹੈ ਸੱਟ ਮਾਰੀ ਜਾਵੇ, ਬਾਪੂ ਨੇ ਵੇਖਿਆ ਵੀ ਇਹਦਾ ਮਨ ਹੁਣ ਮੇਰੇ ਵਾਲੇ ਪਾਸੇ ਆ, ਮੇਰੇ ਅਨੁਸਾਰ ਆ, ਕਿਉਂ ਨਾ ਧਨ ਖੱਟਣ ਦਾ ਕੋਈ ਕੰਮ ਪਏ ਦੇ ਇਹਨੂੰ। ਮੁੜ ਕੇ ਫਿਰ ਭੁੱਲ ਭੱਲ ਜਾਣਾ ਹੈ, ਫਿਰ ਕੀ ਇਦਾਂ ਦੀ ਏ। ਕਹਿੰਦੇ ਪੁੱਤ ਵਾਦਾ ਕਰਦਾ ਮੇਰੇ ਨਾਲ, ਮੈਂ ਤੈਨੂੰ ਜਿਹੜਾ ਕੰਮ ਆਖਾਂ ਤੂੰ ਕਦੇ ਇਨਕਾਰ ਨਹੀਂ ਕਰੇਗਾ। ਸੁਣ ਸੁਤ ਪੂਰਬ ਭਾਗ ਰਖਕਾਰੇ ਪਸ਼ੂ ਚਰਾਏ ਸੋ ਦੀਨ ਉਜਾਰੇ। ਕਹਿੰਦੇ ਹਾਂਜੀ ਪਿਤਾ ਜੀ ਜੋ ਕਹੋਗੇ ਉਹੀ ਕਰਾਂਗੇ। ਬਾਪੂ ਫਿਰ ਹੁਣ ਵਿੱਚ ਲਾਂਭੇ ਦੇਣੇ ਕਾਹਨੂੰ ਹਟਦੇ ਆ? ਕਹਿੰਦੇ ਖੇਤੀ ਵਾਲਾ ਕੰਮ ਤਾਂ ਨਹੀਂ ਕਰਦੇਗਾ? ਬਾਅਦ ਕਹਿੰਦੇ ਨਹੀਂ ਪਿਤਾ ਹੁਣ ਨਹੀਂ ਕਰਦਾ। ਕਹਿੰਦੇ ਫਿਰ ਜਿਹੜਾ ਖੇਤ ਬੀਜਿਆ ਸੀ, ਬੀਜ ਖਰਾਬ ਕੀਤਾ, ਆਪਣੀ ਖੇਤੀ ਉਜਾੜ ਲਈ, ਉਹ ਕੰਮ ਤਾਂ ਨਹੀਂ? ਉਹ ਕਹਿੰਦੇ ਨਹੀਂ। ਫਿਰ ਗਾਵਾਂ ਮੱਝਾਂ ਵਾਲਾ ਕੰਮ ਮਰ ਜਾ। ਕਹਿੰਦੇ ਬਾਪੂ ਜੀ ਵੇਖੋ ਹੱਥ ਜੋੜੇ ਹੋਏ ਆ, ਮੈਂ ਹੁਣੀ ਗਲਤੀ ਕਰਦਾ, ਉਹ ਹੀ ਕਰਾਂਗਾ ਜੋ ਤੁਹਾਡੀ ਮਰਜ਼ੀ ਅਨੁਸਾਰ ਹੋਵੇ। ਮੁਝ ਮਨ ਮੈਂ ਕੀ ਐਸ ਵਿਚਾਰਾ ਦਿਓ ਵਸਾਏ ਇੱਕ ਗ੍ਰਾਮ ਨਰਾਰਾ। ਖੁਸ਼ ਹੋ ਕੇ ਪਿਤਾ ਜੀ ਕਹਿੰਦੇ ਮੇਰੇ ਦਿਲ ਵਿੱਚ ਤੇ ਬੜੇ ਲੰਮੇ ਸਮੇਂ ਦੀ ਚਾਹ ਨਾ ਏ ਪੁੱਤ, ਮੈਂ ਤੈਨੂੰ ਵੱਡਾ ਸਾਰਾ ਪਿੰਡ ਵਸਾ ਕੇ ਦਿਆਂ, ਨਗਰ ਵਸਾਵਾਂ ਤੇਰੇ ਨਾਮ ਤੇ ਜਾਂ ਆਪਣੇ ਨਾਮ। ਅੱਗੇ ਇਦਾਂ ਹੁੰਦਾ ਸੀ ਜਿਹੜੇ ਅਮੀਰ ਲੋਕ ਹੁੰਦੇ ਸੀ ਨਾ, ਉਹ ਆਪਣੇ ਵੱਡਿਆਂ ਦੇ ਨਾਂ ਤੇ ਪਿੰਡ ਵਸਾ ਦਿੰਦੇ ਸੀ, ਉੱਥੇ ਬਣ ਜਾਂਦੇ ਛੋਟੇ ਛੋਟੇ ਬਾਜ਼ਾਰ, ਛੋਟੀਆਂ ਛੋਟੀਆਂ ਦੁਕਾਨਾਂ, ਜ਼ਮੀਨਾਂ ਠੇਕੇ ਤੇ ਚੜਾ ਦੇਣੀ, ਅੱਗੇ ਅੱਗੇ ਲੋਕਾਂ ਨੂੰ ਕਾਰੋਬਾਰ ਦੇਣਾ, ਤੇ ਉਹ ਫਿਰ ਚੌਧਰੀ ਬਣ ਜਾਂਦੇ ਸੀ ਵੱਡੇ। ਮਾਇਆ ਬਹੁਤ ਆਉਂਦੀ ਸੀ, ਹਾਲਾ ਭਰਨਾ ਹੁੰਦਾ ਸੀ, ਟੈਕਸ ਭਰਦੇ ਸੀ ਲੋਕ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਜੀ ਕਹਿੰਦੇ ਪੁੱਤ ਮੌਕਾ ਅਜੇ ਵੀ ਹੈ, ਮੈਂ ਸੋਚ ਸੋਚ ਕੇ ਛੱਡ ਦਿੱਤਾ ਸੀ, ਪਰ ਮੈਂ ਚਾਹੁੰਦਾ ਵੀ ਜੇ ਤੂੰ ਕੰਮ ਮੈਨੂੰ ਚੰਗਾ ਕਰਕੇ ਵਿਖਾ ਦੇ, ਮੇਰਾ ਦਿਲ ਤੇ ਵਿਸ਼ਵਾਸ ਜਿੱਤ ਲੈ ਨਾ, ਤੇਰੇ ਨਾਂ ਤੇ ਇੱਕ ਪਿੰਡ ਕਰਾ ਦਿਆਂਗਾ। ਸੋ ਤੋ ਰਹੇ ਮਨੋਰਥ ਮੇਰੇ ਪਗ ਟਕੈ ਜਿਉ ਗਹਿ ਸਿਰ ਹੇਰੇ। ਜਦੋਂ ਕਹਿੰਦੇ ਪਿਤਾ ਜੀ ਨੇ ਇੰਨੀ ਗੱਲ ਆਖੀ, ਕਹਿੰਦੇ ਨਾ ਫੇਰ ਥੋੜਾ ਜਿਹਾ ਆਖਣ ਲੱਗੇ, ਕਹਿੰਦੇ ਹੁਣ ਲੱਗਦਾ ਪਿੰਡ ਵਸਾਉਣ ਵਾਲੀ ਤੇ ਦਿਲ ਦੀ ਦਿਲ 'ਚ ਹੀ ਰਹਿ ਜੂਗੀ। ਮਰਦ ਨੇ ਪਿਤਾ ਜੀ ਦੇ ਚਰਨ ਫੜ ਲਏ, ਕਹਿੰਦੇ ਨਾ ਪਿਤਾ ਜੀ ਇਦਾਂ ਨਾ ਕਹੋ, ਮੈਂ ਹੁਣ ਤੁਹਾਡਾ ਲਾਇਕ ਪੁੱਤ ਬਣ ਕੇ ਵਿਖਾਵਾਂ। ਪਹਿਲਾਂ ਬੇਨਤੀ ਕਰ ਆਏ ਨੇ ਕਵੀ ਜੀ ਵੀ ਇਹ ਲੌਕਿਕ ਰੀਤ ਹੈ, ਲੋਕ ਇੱਥੇ ਹੀ ਖੁਸ਼ ਹੁੰਦੇ ਨੇ, ਆਖੋ ਸਤਿਨਾਮ। ਦੁਨੀਆ ਨੂੰ ਤੁਹਾਡੀਆਂ ਅਸ਼ਾਈਆਂ ਤੋਂ ਕੋਈ ਮਤਲਬ ਨਹੀਂ, ਜ਼ਮਾਨੇ ਨੇ ਤੁਹਾਡੀਆਂ ਚੰਗਿਆਈਆਂ ਤੋਂ ਕੁਝ ਨਹੀਂ ਲੈਣਾ, ਸਿਰਫ ਤੁਸੀਂ ਦੁਨੀਆ ਦੀ ਜੀ ਜਨਾਬ ਤੇ ਜੀ ਹਜ਼ੂਰੀ ਕਰਦੇ ਰਹੋ, ਤੁਹਾਡੇ ਲੱਖਾਂ ਔਗਣਾ ਤੇ ਪਰਦੇ ਰਹਿਣਗੇ। ਕਦੇ ਸੱਚੀ ਤੇ ਖਰੀ ਗੱਲ ਕਰਕੇ ਕਹਿ ਦਿਓ ਵੀ ਤੂੰ ਇੱਥੇ ਗਲਤ ਹੈ। 70 ਸਾਲ ਦੇ ਰਿਸ਼ਤੇ ਪਲਾਂ ਵਿੱਚ ਢਹਿ ਹੋ ਜਾਂਦੇ ਆ। ਲੌਕਿਕ ਰੀਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਪਣਾ ਲਈ, ਇਸੇ ਕਰਕੇ ਕਵੀ ਜੀ ਦੱਸੇ ਨੇ ਇੱਕ ਲੌਕਿਕ ਰੀਤ ਹੈ, ਇੱਕ ਵੈਦਿਕ ਰੀਤ ਹੈ, ਇੱਕ ਰੂਹਾਨੀਅਤ ਰੀਤ ਹੈ। ਨਾ ਮਹਾਰਾਜ ਵੈਦਿਕ ਚ ਨੇ ਨਾ ਰੂਹਾਨੀਅਤ ਨੇ। ਪਿਤਾ ਜੀ ਦੀ ਗੱਲ ਮੰਨੀ, ਪਿਤਾ ਜੀ ਨੇ ਜੋ ਕਿਹਾ ਉਹ ਨਾ ਕਹਿ ਲਿਆ, ਮੰਨ ਲਿਆ ਤੇ ਖੁਸ਼ ਹੋ ਗਏ। ਕਹਿੰਦੇ ਪੁੱਤ ਮੈਂ ਹੁਣ ਇੱਕ ਕੰਮ ਚ ਤੈਨੂੰ ਪਰਖ ਕੇ ਵੇਖ, ਇਹ ਦੇਖਣਾ ਤੇਰਾ ਦਿਮਾਗ ਕਿੰਨਾ ਹੈ। ਲੋਕ ਤੇ ਬੜਾ ਕਹਿੰਦੇ ਆ ਪਾਦੇ ਪੁੱਤੇ ਵਰਗੇ ਵੀ ਇਹ ਤੇ ਬੜਾ ਸਿਆਣਾ ਏ, ਪੜ੍ਹਾਈ ਚ ਬਹੁਤ ਅੱਵਲ ਆਉਂਦਾ ਹੈ। ਵੇਖਾਂ ਤੇ ਸਹੀ ਤੇਰੀ ਮੱਤ ਵਪਾਰ ਵਿੱਚ ਕਿੰਨੀ ਹੈ। ਖੇਤੀ ਤੂੰ ਬੀਜ ਲਈ, ਉਹ ਆਪਾਂ ਤੇ ਤੂੰ ਕੰਮ ਨਹੀਂ ਕਰਨਾ, ਮੱਝਾਂ ਗਾਵਾਂ ਤੇਰੇ ਵੱਸ ਦਾ ਕੰਮ ਨਹੀਂ, ਮਾੜਾ ਮੋਟਾ ਵਪਾਰ ਵਾਲੇ ਪਾਸੇ ਖਿਆਲ ਹੈ। ਜੇ ਤੂੰ ਕਰ ਸਕਦਾ ਹੈ ਮੈਨੂੰ ਕਰਕੇ ਵਿਖਾ ਦੇ।
ਕੁਝ ਤੇ 20 ਕਾਰ ਠਿਕ ਲੀਜੈ, ਆਨ ਸਥਾਨ ਪਿਆਨੋ ਕੀਜੈ। ਪਿਤਾ ਜੀ ਕਹਿੰਦੇ ਪੁੱਤ ਦੱਸ ਫਿਰ ਕਹਿਣਾ ਮੰਨੇਗਾ? ਮਰਦ ਕਹਿੰਦੇ 7 ਵਜਨ। ਬਾਪੂ ਜੀ ਉਸੇ ਵੇਲੇ ਅੰਦਰ ਗਏ, ਸੰਦੂਕ ਦਾ ਤਾਲਾ ਖੋਲਿਆ, ਉਹਦੇ ਵਿੱਚੋਂ 20 ਰਜਤ ਬਣ, ਰੁਪਈਏ ਨਹੀਂ। ਅੱਜ ਅਸੀਂ ਪ੍ਰਚਾਰ ਕਰਦੇ ਹਾਂ ਨਾ 20 ਰੁਪਏ ਦਾ ਲੰਗਰ, 20 ਰੁਪਏ ਦਾ ਲੰਗਰ। ਭਾਈ ਉਹ ਤੇ ਚਲੋ ਅੱਜ ਦੀ ਵਿਅਕਤੀ ਕਰਕੇ ਕਹਿਣ ਲੱਗ ਗਿਆ, ਉਦੋਂ ਰੁਪਈਆ ਨਹੀਂ ਸੀ। ਰੁਪਈਏ ਦੀ ਕਰੰਸੀ ਕਿੱਥੇ ਸੀ ਉਦੋਂ? ਇਹ ਤੇ ਗੋਰਿਆਂ ਤੋਂ ਬਾਅਦ ਰੁਪਈਆ ਪ੍ਰਚਲਿਤ ਹੋਇਆ। ਉਹ ਤੋਂ ਪਹਿਲਾਂ 20 ਰਜਤ ਬਣ, ਇਹ ਮੁਗਲਾਂ ਦੀ ਕਰੰਸੀ ਸੀ, ਰਜਤ ਬਣ। ਅੱਜ ਦਾ 1 ਰੁਪਈਆ, ਉਦੋਂ ਦਾ 1 ਰਜਤ ਬਣ। ਤੇ ਕਾਰਖਿਵ ਕੌਡੀਆਂ, ਜਿਵੇਂ ਅੱਜ ਦੇ ਸਮੇਂ ਆ 1 2 5 ਦੇ ਸਿੱਕੇ ਚੱਲਦੇ ਆ ਨਾ, ਛੋਟੀ ਕਰੰਸੀ ਕਾਰਖਿਵ। ਕਹਿੰਦੇ ਪਿਤਾ ਜੀ ਨੇ ਨਾ 20 ਰਜਤ ਬਣ ਲਿਆ ਕੇ ਦਿੱਤੇ। ਹੁਣ ਜੇ ਕੋਈ ਆਖੇ ਵੀ ਉਦੋਂ ਤੇ ਰਜਤ ਬਣ ਹੁੰਦੇ ਸੀ ਜੀ, ਰੁਪਈਏ ਨਹੀਂ ਸੀ ਹੁੰਦੇ। ਭਾਈ ਉਦੋਂ ਪੂਰਨਮਾਸ਼ੀ ਹੁੰਦੀ ਸੀ, ਉਦੋਂ 1600 ਜਾਂ 1469 ਵੀ ਨਹੀਂ ਸੀ ਹੁੰਦਾ। ਇਹ ਵੀ ਆਪਾਂ ਹੀ ਫਿੱਟ ਕੀਤਾ ਹੋਇਆ ਹੈ। ਉਦੋਂ ਤੇ ਪੂਰਨਮਾਸ਼ੀ ਦੇ ਸਮੇਂ ਮਰਦ ਦਾ ਅਵਤਾਰ ਹੋਇਆ ਸੀ, ਸਾਰੀ ਦੁਨੀਆ ਜਾਣਦੀ। ਚਲੋ ਸਮੇਂ ਦੇ ਨਾਲ ਅਸੀਂ 20 ਰੁਪਏ ਕਹਿ ਲੈਂਦੇ ਹਾਂ, ਕੋਈ ਫਰਕ ਨਹੀਂ, ਕਿਉਂਕਿ ਰਜਤਪਣ ਉਦੋਂ ਦਾ ਰੁਪਈਆ ਤੇ ਇਹ ਅੱਜ ਦਾ ਨਾਮ ਚੇਂਜ ਹੈ। ਪਿਤਾ ਜੀ ਨੇ ਲਿਆ ਕੇ 20 ਫੜਾਤੇ। ਮਰਦ ਕਹਿੰਦੇ ਪਿਤਾ ਜੀ ਦਾ ਕੀ ਕਰਨਾ ਹੈ? ਕਹਿੰਦੇ 20 ਦੇ 40 ਬਣਾ ਕੇ ਲੈ ਕੇ ਆਈ ਆ। ਖੁਦਾ ਨਾਮ ਪੁੱਤਰ ਬਣਨਾ ਜੇ ਚੰਗਾ ਪੁੱਤ ਤੇ ਉਹੀ ਆ ਨਾ। 20 ਦੇ 40, 40 ਦੇ 60, 60 ਦੇ 80 ਬਣਾਵੇ, ਡਬਲ ਕਰੇ, ਟ੍ਰਿਪਲ ਕਰੇ, ਚੌਗੁਣੇ ਕਰੇ। ਮਰਦ ਨੇ ਮਾਇਆ ਨੂੰ ਫੜਿਆ ਹੱਥ ਤੇ, ਵੇਖਿਆ, ਵੇਖੀ ਗਏ ਕਿ ਚੀਜ਼ ਹੱਸੀ ਗਏ। ਪਿਤਾ ਕਹਿੰਦੇ ਪੁੱਤ ਤੇਰਾ ਹਾਸਾ ਦੱਸਦਾ ਵੀ ਤੇਰੇ ਵੱਸ ਦਾ ਕੰਮ ਨਹੀਂ। ਆਖੋ ਸਤਿਨਾਮ। ਪਟਵਾਰੀ ਨੇ ਉਹ ਲੇਖਾ ਜੋਖਾ ਕਰਦੇ ਆ, ਬੰਦੇ ਦਾ ਚਿਹਰਾ ਪੜ੍ਹ ਲੈਂਦੇ ਆ, ਐਡੀ ਉਮਰ ਕੱਢੀ ਹੈ। ਮਰਦ ਨੇ ਆਪਣਾ ਹਾਸਾ ਕੰਟਰੋਲ ਕੀਤਾ। ਕਹਿੰਦੇ ਨਹੀਂ ਪਿਤਾ ਜੀ, ਇਸ 20 ਦਾ ਮੈਂ ਕੀ ਕਰਨਾ ਹੈ? ਕਹਿੰਦੇ ਪੁੱਤ ਵਪਾਰ ਕਰਨਾ ਹੈ। ਕਹਿੰਦੇ ਫਿਰ ਹੋ ਜਾਊਗਾ, ਜਿਵੇਂ ਤੁਸੀਂ ਕਹੋਗੇ ਅਸੀਂ ਉਸੇ ਤਰ੍ਹਾਂ ਕਰਾਂਗੇ। ਏਰ ਲਾਭਦਾ ਵਸਤ ਵਿਚਾਰੀ, ਬਣ ਜੋ ਨਿਜ ਮਤ ਕੇ ਅਨੁਸਾਰੀ। ਗੁਰੂ ਸਾਹਿਬ ਨੇ ਅਗਲਾ ਸਵਾਲ ਕੀਤਾ, ਕਹਿੰਦੇ ਪਿਤਾ ਜੀ ਫਿਰ ਇਹਦਾ ਕੀ ਖਰੀਦ ਕੇ ਲਿਆਵਾਂ? ਬਾਪੂ ਕਹਿੰਦੇ ਪੁੱਤ ਤੇਰੀ ਆਪਣੀ ਮਰਜ਼ੀ ਹੈ, ਆਪਣਾ ਵਪਾਰ ਹੈ, ਆਪਣੀ ਸੋਚ ਹੈ, ਆਪਣੀ ਤੇਰੀ ਮੌਜ ਹੈ, ਕਿੱਥੇ ਜਾਣਾ ਹੈ ਤੂੰ ਚੂਜ਼ ਕਰਨਾ ਹੈ। ਮੈਂ ਤੈਨੂੰ ਕੋਈ ਪਾਰਟਿਕੂਲਰ ਇਹ ਨਹੀਂ ਕਹਿਣਾ ਵੀ ਆਹ ਚੀਜ਼ ਲੈ ਕੇ ਆਈ, ਮੈਂ ਵੇਖਣਾ ਵੀ ਤੇਰੀ ਆਪਣੀ ਮੱਤ ਕਿੰਨੀ ਹੈ। ਮਾਪੇ ਹਮੇਸ਼ਾ ਬੱਚਿਆਂ ਨੂੰ ਇਦਾਂ ਪਰਖਦੇ ਨੇ, ਵੱਧ ਪੈਸੇ ਦੇ ਕੇ ਵੀ ਪਰਖਦੇ ਆ, ਵੀ ਮੋੜਦਾ ਵੀ ਹੈ। ਜੇ ਲੈ ਕੇ ਚੱਲਿਆ, ਕਮਿਟਮੈਂਟ ਕਰਕੇ ਗਿਆ, ਵਾਪਸ ਦਿੰਦਾ ਏ ਜਾਂ ਫालतू ਖਰਚੇ ਤਾਂ ਨਹੀਂ ਕਰਦਾ। ਕਹਿੰਦੇ ਪਿਤਾ ਜੀ ਆਪਣੇ ਪੁੱਤ ਨੂੰ ਵਪਾਰ ਵਜੋਂ ਪਰਖ ਰਹੇ ਨੇ, ਵੀ ਵੇਖਦਿਆਂ 20 ਦੇ 40 ਬਣਾਉਂਦਾ ਜਾਂ 20 ਦੇ 10 ਬਣਾ ਕੇ ਲੈ ਗਏ। ਕਹਿੰਦੇ ਜੋ ਤੈਨੂੰ ਠੀਕ ਲੱਗੇ, ਜਿਹੜਾ ਵਪਾਰ ਤੈਨੂੰ ਪਾਉਂਦਾ ਹੋਵੇ ਉਹ ਕਰਕੇ। ਬਸ ਮੇਰਾ ਫੰਡਾ ਇੰਨਾ ਕੀ ਹੈ ਵੀ ਪੈਸੇ ਦੁੱਗਣੇ ਕਰਕੇ ਲਿਆਈ। ਮਰਦ ਮੁਸਕਰਾ ਕੇ ਕਹਿੰਦੇ ਹਾਂਜੀ ਪਿਤਾ ਜੀ 7 ਵਜੇ, ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੋਵੇਗਾ। ਅਬ ਕੀਜੇ ਜਾਨਹੁ ਸਭ ਸੋਦਾ, ਪੁਨਵੋ ਧਨ ਦਿਓ ਔਰ ਭਰ ਮੋਦਾ। ਪਿਤਾ ਦਾ ਅਗਲਾ ਬਚਨ ਸੀ, ਕਹਿੰਦੇ ਪੁੱਤਰ ਜੇ ਅੱਜ ਕੋਈ ਚੰਗਾ ਸੌਦਾ ਕਰਕੇ ਆਏਗਾ, ਕੱਲ ਨੂੰ ਵੱਧ ਪੈਸੇ ਦੇਵਾਂਗਾ। ਕੁਝ ਤੇਰੇ ਹੋ ਜਾਣਗੇ ਜਿਹੜੇ ਤੂੰ ਕਮਾ ਕੇ ਲਿਆਏਗਾ, ਕੁਝ ਹੋਰ ਪਾ ਦੇਵਾਂਗੇ। ਸਟਾਰਟਿੰਗ ਹੈ, ਇਨਵੈਸਟਮੈਂਟ ਪਹਿਲਾਂ ਛੋਟੀ ਹੋਊਗੀ, ਹੌਲੀ 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 ਵੱਡੀ ਹੋ ਜਾਊਗੀ। ਜੇ ਅੱਜ 20 ਤੇ 40 ਬਣਾਊਗਾ, 40 ਇਹਦੇ ਹੋਣਗੇ ਤੇ 40 ਪਿਤਾ ਜੀ ਹੋਰ ਐਡ ਕਰ ਦੇਣਗੇ। ਜਾ ਪੁੱਤ ਜਾ, ਹੁਣ ਹੋਰ ਲੈ ਕੇ ਹੋਰ ਕੁਝ ਕਰਕੇ ਆ। ਕਹਿੰਦਾ ਚੰਗਾ ਸੌਦਾ ਕਰਕੇ। ਸੌਦਾ ਕਾਹਦਾ ਹੁੰਦਾ? ਅੱਗੇ ਮੰਡੀਆਂ ਚ ਹੁੰਦਾ ਸੀ, ਕੋਈ ਫਸਲ ਇੱਥੋਂ ਚੱਕੀ ਅੱਗੇ ਵੇਚਦੀ, ਕੋਈ ਪਸ਼ੂ ਇੱਥੋਂ ਖਰੀਦਿਆ ਅੱਗੇ ਵੇਚਦਾ। ਘੋੜਿਆਂ ਦੇ ਵਪਾਰ ਬੜੇ ਹੁੰਦੇ ਸੀ, ਲਾਹੌਰ ਦੀ ਮੰਡੀ। ਪਿਤਾ ਨੇ ਸਪਸ਼ਟ ਆਖਿਆ ਪੁੱਤ ਆਪਣੀ ਮਰਜ਼ੀ ਨਾਲ, ਆਪਣੀ ਮੱਤ ਨਾਲ, ਆਪਣੀ ਸਿਆਣਪ ਨਾਲ ਕੁਝ ਚੰਗਾ ਕਰਕੇ ਆਵੀਂ। ਨਿਜ ਪੂੰਜੀ ਤੁਮ ਰਖੋ ਨਰਾਲੀ, ਕਰੋ ਵੰਜ ਏ ਰੀਤ ਸੁਖਾਲੀ। ਸਾਡੇ ਕਹਿੰਦੇ ਪਿਤਾ ਜੀ ਮੈਨੂੰ ਥੋੜਾ ਜਿਹਾ ਤਰੀਕਾ ਤੇ ਦੱਸ ਦਿਓ ਵਪਾਰ ਦਾ, ਮੈਂ ਕਿਹੜਾ ਕਦੇ ਕੀਤਾ ਵਪਾਰ। ਪਿਤਾ ਜੀ ਕਹਿੰਦੇ ਅਸਲੀ ਵਪਾਰੀ ਉਹ ਹੁੰਦਾ ਹੈ ਜਿਹੜਾ ਚੀਜ਼ ਖਰੀਦਣ ਤੋਂ ਬਾਅਦ ਉਹਨੂੰ ਦੁੱਗਣੇ ਚੌਗਣੇ ਭਾਅ ਤੇ ਵੇਚ ਕੇ ਆਪਣਾ ਮੂਲ ਸੇਵ ਕੱਢ ਲੇ, ਚੀਜ਼ ਮੁਕਤ ਕਰ ਦਿੰਦੇ। ਮਤਲਬ ਵੀ ਜੇ 20 ਰੁਪਏ ਦਾ ਕੁਝ ਖਰੀਦਿਆ ਉਹਨੂੰ 40 ਚ ਵੇਚਿਆ, ਔਖਾ ਸੌਖਾ ਕੇ ਕਰਕੇ, ਵਾਧਾ ਘਾਟਾ ਕਰਕੇ। ਤੇ ਜਿਹੜੇ 20 ਰੁਪਏ ਲੈ ਕੇ ਗਿਆ ਸੀ ਉਹ ਜਿੱਥੋਂ ਕੱਢੇ ਉੱਥੇ ਰੱਖ ਦੋ, ਤੇ ਬਾਕੀ ਚੀਜ਼ ਮੁਕਤ ਹੈ।
वो तो फिर मुनाफा हो गया ना, फिर मुनाफा नहीं है। पिता जी ने तरीका भी दसता, कहते पुत 10 ਦੇ 20 बना, 20 ਦੇ 40 बना, 40 ਦੇ 60 करी, हौली हौली उपर जांदा जाई। जिदन तैनू पूरा ढंग तरीका आ गया, तैनू वड्डी मंडी खोल देंगे, बड़ा व्यापार। ये हुण तेरी मर्जी है, व्यापार करना केड़ा है। तिन प्रत दर्ब बधावो भारी, बोहर सपूत कहे नर नारी। ते अगला वचन पिता जी कहते, जे ते रोज पैसे वधाएगा पुत फिर ते बड़ा सियाणा। असल च माँ बाप सियाणा कहते ही उन्होंने जिहड़ा पैसे कमाउंगे। पढ़ लिख के घरे बह जे ना, उन्होंने लोग बंदा ही नहीं समझते। आखो सतनाम। भी जे ते पैसे कमा के लैके आएगा, सानू बैठिया नू मौज कराएगा, फिर ते तू सियाणा पुत है। दुनिया भी कहती है। किसी का बच्चा नौकरी लगा, लोग तरीफा करनगे, लो जी तुहाडा ते बहुत वधिया काम कार लगा। ते जे कोई बेचारा वेला बैठा ना करे, उन्होंने तानियां नाल ही मार दिंदे ने। वो कहंदा छड्ड, हुण ते मरना ही चंगा है, काम मिलदा किते, करिए की। गुरु साहब दे पिता जी इक्को गल बार-बार घुमा के लैके आउंदे ने, पुत जे कमा के लैके आएगा, ये पूंजी मैं तैनू दे जानी है, तेरे नाल ही रख देनी। मैं तेरे पैसे नहीं लेने, मैं तेरी कमाई अपने कोल नहीं रखनी। बाला लेहो दूसरा संगा, सुत जावो अब सहत अमंगा। सतगुर कहते पिता जी फिर मैं कल्ला ही जावां? कहते ना ना, वो तेरा मित्र जिहड़ा हुणे आया सी भाई बाला, ਉਹਨੂੰ ਲੈ ਜਾ। ਮਹਾਰਾਜ बड़े खुश हो गए। सतगुर कहते पिता जी फिर हुण सुनेहा तुसीं भेजो, मेरे कहे तो ਉਹਨੇ ਆਉਣਾ ਨਹੀਂ। ਆਖੋ ਸਤਨਾਮ। ਜਿਹਨੂੰ ਹੁਣੇ 5-7 ਮਿੰਟ ਪਹਿਲਾਂ ਮਾਨ ਸਨਮਾਨ ਮਿਲਿਆ, ਉਹ ਮੇਰੇ ਕਹੇ ਤੇ ਚੱਲ ਪੂ। ਉਹ ਤੇ ਪਹਿਲਾਂ ਹੀ ਗੁੱਸੇ ਹੋਣਗੇ ਵੀ ਤੁਹਾਡੇ ਕਰਕੇ ਤੁਹਾਡੇ ਬਾਪੂ ਜੀ ਮੈਨੂੰ ਮਿਲੇ। ਅੱਗੇ ਪਿੰਡਾਂ 'ਚ ਹੁੰਦਾ ਹੀ ਇਦਾਂ ਸੀ, ਪੁੱਤ ਆਪਣਾ ਕੰਮ ਨਹੀਂ ਸੀ ਕਰਦਾ, ਜੇ ਆਂਢੀ ਗੁਆਂਢੀ ਦਾ ਜਵਾਕ ਖੇਡਣ ਆ ਗਿਆ, ਕਹਿੰਦੇ ਆਹੋ ਆ ਗਿਆ ਵਿਹਲਣ, ਕੰਮ ਨਹੀਂ ਹੈ ਕੋਈ। ਅਗਲਾ ਨੂੰ ਬਸ ਕੰਨ 'ਚ ਲਪੇਟ ਕੇ ਲੰਘ ਜਾਂਦਾ ਸੀ ਵੀ ਇੱਧਰ ਨੂੰ ਹੁਣ ਨਹੀਂ ਪਾਉਣਾ ਹੈਗਾ। ਗਲਤੀਆਂ ਇਹਦੀਆਂ ਨੇ, ਛਿੱਤਰ ਸਾਡੇ ਹੋਈ ਜਾਂਦੇ। ਪਿਤਾ ਜੀ ਕਹਿੰਦੇ ਤੂੰ ਚਿੰਤਾ ਨਾ ਕਰ, ਬਾਲਾ ਜੀ ਤੇਰੇ ਤੋਂ ਵੱਡੇ ਨੇ, 5 ਸਾਲ ਵੱਡੇ ਸੀ ਭਾਈ ਬਾਲਾ। ਕਹਿੰਦੇ ਮੈਂ ਆਪਣਾ ਨੌਕਰ ਭੇਜਦਾ, ਉਹਨੂੰ ਬੁਲਾ ਕੇ ਲੈ ਕੇ ਆਉਣਗੇ। ਪਿਤਾ ਜੀ ਚਾਹੁੰਦੇ ਆ, ਦੇਖੋ ਬੇਸ਼ੱਕ ਵਪਾਰ ਤੇ ਭੇਜਣ ਲੱਗੇ ਨੇ, ਕਿਤੇ ਨਾ ਕਿਤੇ ਇਹਦਾ ਮਤਲਬ ਕੀ ਹੈ, ਬਾਪੂ ਨੂੰ ਆਪਣੇ ਪੁੱਤ ਤੇ ਅਜੇ ਵੀ ਭਰੋਸਾ ਨਹੀਂ। ਆਖੋ ਸਤਨਾਮ। ਜੋ ਭਾਈ ਬਾਲੇ ਨੂੰ ਭੇਜਣ ਲੱਗੇ ਆ, ਇਹ ਸਮਝ ਕੇ ਭੇਜਦੇ ਵੀ 5 ਸਾਲ ਵੱਡਾ ਸਿਆਣਾ ਹੈ, ਜੇ ਕਿਤੇ ਕੋਈ ਗਲਤ ਕੰਮ ਕਰੂ ਆਪੇ ਸਮਝਾ ਲੂਗਾ। ਕਹਿੰਦੇ ਆਪਣੇ ਨੌਕਰ ਨੂੰ ਕੋਲੇ ਬੁਲਾਇਆ, ਕਹਿੰਦੇ ਜਾਓ ਫਿਰ ਤੇਜਭਾਨ ਦੇ ਮੁੰਡੇ ਨੂੰ ਬੁਲਾ ਕੇ ਲੈ ਕੇ। ਚੰਦਰਭਾਨ ਦਾ ਮੁੰਡਾ ਆਊਗਾ, ਉਹਨੂੰ ਮੈਂ ਸਮਝਾਊਂਗਾ, ਉਹ ਨਾਨਕ ਨੂੰ ਨਾਲ ਲੈ ਕੇ ਲਾਹੌਰ ਜਾਊਗਾ। ਪਿਤਾ ਜੀ ਨੇ ਇੰਨਾ ਵੀ ਕਹਿਤਾ। ਕਹਿੰਦੇ ਨੌਕਰ ਬੁਲਾਉਣ ਵਾਸਤੇ ਗਿਆ ਭਾਈ ਬਾਲਾ ਜੀ। ਕਹਿੰਦੇ ਮੈਂ ਸੋਚਿਆ, ਸੁਣਾ ਰਹੇ ਗੁਰੂ ਅੰਗਦ ਦੇ ਪਾਤਸ਼ਾਹ ਵੀ ਮਨਾ ਮੇਰੇ ਆ ਕਾਰਵਾਈ ਲੱਗਦਾ ਕੋਈ ਵੱਡੀ ਹੋ ਪਊਗਾ। ਸਤਨਾਮ। ਜਿਹੜਾ ਪਿਤਾ ਜੀ ਨੇ ਮੈਨੂੰ ਬੁਲਾਇਆ, ਮੈਂ ਨਾਨਕ ਜੀ ਦੇ ਨਾਲ ਜਾਣਾ ਵੀ ਖੈਰ ਹੱਥਾ ਕੰਮ ਨਹੀਂ। ਖੈਰ ਹੱਥਾ ਸਮਝਦੇ ਹੋ ਵੀ ਪੰਜਾਬੀ ਦਾ ਪਿਓਰ ਸ਼ਬਦ, ਵੀ ਕੁਛ ਤੇ ਹੋਊਗਾ ਵੀ ਨਾਨਕ ਜੀ ਪਤਾ ਨਹੀਂ ਕੀ ਕਰ ਆਉਣ। ਮੌਤ ਦੇ ਮਾਲਕ ਜੀ ਭਾਈ ਬਾਲਾ ਜੀ ਸਮਝਦੇ ਆ, ਪਰ ਕਹਿੰਦੇ ਮੈਂ ਉਹਨਾਂ ਦੇ ਪੱਖ 'ਚ ਖੜ ਸਕਦਾ ਤੇ ਮੈਨੂੰ ਤੇ ਇੱਧਰ ਵੀ ਖੜਨਾ ਪੈਣਾ ਬਾਪੂ ਜੀ ਦੇ ਪੱਖ 'ਚ। ਮੈਨੂੰ ਜ਼ਿੰਮੇਵਾਰੀ ਦੇ ਕੇ ਜਾਣਗੇ, ਮੈਂ ਤੇ ਜਵਾਬ ਦੇ ਆਣਾ। ਕਹਿੰਦੇ ਜੀ ਪਹਿਲੀ ਵਾਰ ਭਾਈ ਬਾਲਾ ਜੀ ਨੇ ਜਵਾਬ ਦੇਤਾ, ਕਹਿੰਦੇ ਮੈਂ ਨਹੀਂ ਜਾ ਸਕਦਾ। ਪਿਤਾ ਜੀ ਨੇ ਦੂਜੀ ਵਾਰ ਫੇਰ ਭੇਜਿਆ, ਕਹਿੰਦੇ ਗੱਲ ਤੇ ਕਰ ਮੇਰੇ ਨਾਲ ਆ ਕੇ, ਤੈਨੂੰ ਬੁਲਾਇਆ। ਭਾਈ ਬਾਲਾ ਜੀ ਕਹਿੰਦੇ ਮੈਂ ਵੀ ਫਿਰ ਬੁੱਕਲ ਬੱਕਲ ਵੀ ਲੋਈ ਦੀ ਮਾਰ ਕੇ ਆ ਗਿਆ। ਠੰਡ ਜਿਹਦਾ ਸਮਾਂ ਸੀ, ਆਇਆ ਤਾਇਆ ਜੀ ਸਤਿ ਸ੍ਰੀ ਅਕਾਲ, ਪੈਰੀ ਪੈਣਾ। ਕਹਿੰਦੇ ਆ ਪੁੱਤ ਬਹੁਤ ਸਿਆਣਾ ਹੈ, ਤੈਨੂੰ ਕਦੋਂ ਦਾ ਯਾਦ ਕਰਦਾ ਹੈ। ਉਹਨੂੰ ਚੇਤਾ ਨੂੰ ਇਹ ਵੀ ਆਉਂਦਾ ਵੀ 5 ਮਿੰਟਾਂ ਪਹਿਲਾਂ ਕੌਣ ਸਿਆਣਾ ਸੀ, ਉਦੋਂ ਕੀ ਕਿਹਾ ਸੀ। ਇਹ ਹੁੰਦਾ ਬਜ਼ੁਰਗਾਂ ਦਾ, ਘੜੀ 'ਚ ਗੁੱਸੇ ਹੁੰਦੇ, ਕਦੇ ਤੱਤੇ ਕਦੇ ਠੰਡੇ, ਕੋਲ ਬਿਠਾ ਕੇ ਬਿਠਾਇਆ, ਕਹਿੰਦੇ ਦੁੱਧ ਪਿਲਾਉਂਗੇ। ਕਹਿੰਦੇ ਤੂੰ ਨਾਨਕ ਦਾ ਵੱਡਾ ਭਰਾ ਹੈ, ਵੱਡਾ ਵੀਰ ਹੈ, ਬਹੁਤ ਸਿਆਣਾ ਹੈ। ਕਹਿੰਦੇ ਜਦੋਂ ਗੁਰੂ ਸਾਹਿਬ ਦੇ ਪਿਤਾ ਜੀ ਨੇ ਪਾਲਿਸ਼ ਮਾਰਨੀ ਸ਼ੁਰੂ ਕੀਤੀ ਨਾ ਸਿਫਤ, ਮੈਂ ਸਮਝ ਗਿਆ ਵੀ ਕੋਈ ਕੰਮ ਔਖਾ ਹੀ ਆ। ਆਖੋ ਸਤਨਾਮ। ਪਰ ਮੈਂ ਅਰਦਾਸ ਕੀਤੀ, ਮਰਦ ਲਾਜ ਰੱਖ ਲਿਓ, ਚੱਲਾਂ ਤੇ ਤੁਹਾਡੇ ਨਾਲ, ਪਰ ਜ਼ਿੰਮੇਵਾਰੀ ਕੋਈ ਨਹੀਂ। ਮਨ ਹੀ ਮਨ ਮੈਂ ਬੇਨਤੀਆਂ ਕਰਦਾ ਤੇ ਗੁਰੂ ਸਾਹਿਬ ਮੇਰੇ ਵੱਲ ਵੇਖ ਵੇਖ ਮੰਜੇ ਤੇ ਬੈਠੇ ਹੱਸੀ ਜਾਂਦੇ ਆ ਵੀ ਬਲ ਘਬਰਾ ਗਿਆ। ਸੋ ਹੁਣ ਸਮਾਂ ਸਮਾਪਤ ਹੈ ਜੀ, ਬਿਲਕੁਲ ਜੋ ਕੁਝ ਹੋਊਗਾ ਮਹਾਰਾਜ ਦੀ ਕਿਰਪਾ ਨਾਲ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਭਾਈ ਬਾਲਾ ਜੀ ਨੇ ਉਸ ਵੇਲੇ ਦਾ ਇੱਕ ਮਿੰਟ ਦੱਸਿਆ ਹੋਇਆ ਵੀ ਕੀ ਹੋਇਆ, ਕੀ ਹੋਇਆ। ਗੁਰੂ ਦੀ ਰਜ਼ਾ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।